ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਲੈ ਕੇ ਆਏ ਹਾਂ ਪੋਲੀਟੀਕਲ ਸਾਇੰਸ ਦਾ ਅਗਲਾ ਚੈਪਟਰ। ਚੈਪਟਰ ਦਾ ਨਾਮ ਹੈ ਇਨਵਾਇਰਮੈਂਟ ਐਂਡ ਨੈਚੁਰਲ ਰਿਸੋਰਸਿਸ। ਹਾਂਜੀ ਬੱਚਿਓ, ਇਹ ਚੈਪਟਰ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਹ ਚੈਪਟਰ ਜਿੱਥੇ ਆਪਣੇ ਸਿਲੇਬਸ ਦੇ ਵਿੱਚ ਹੈ ਤਾਂ ਉਹਦੇ ਨਾਲ ਨਾਲ ਆਪਾਂ ਨੂੰ ਇਨਵਾਇਰਮੈਂਟ ਦੇ ਪ੍ਰਤੀ ਜਾਗਰੂਕ ਵੀ ਕਰਦਾ ਗਾ ਕਿ ਆਪਣੀਆਂ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਕੀ ਕੀ ਜ਼ਿੰਮੇਵਾਰੀ ਬਣਦੀਆਂ ਨੇ, ਕੀ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ ਜਿਨ੍ਹਾਂ ਨੂੰ ਆਪਾਂ ਨਿਭਾ ਕੇ ਆਪਣੇ ਇਨਵਾਇਰਮੈਂਟ ਨੂੰ ਠੀਕ ਕਰ ਸਕਦੇ ਹਾਂ। ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜੀਆਂ ਭਵਿੱਖ ਦੇ ਵਿੱਚ ਸਮੱਸਿਆਵਾਂ ਆਉਣਗੀਆਂ ਉਹਨਾਂ ਤੋਂ ਪਹਿਲਾਂ ਹੀ ਨਿਜਾਤ ਪਾਉਣ ਵਾਸਤੇ ਰਾਹ ਦੱਸ ਸਕਦੇ ਹਾਂ। ਤਾਂ ਜਿੰਨਾ ਹੋ ਸਕੇ ਆਪਾਂ ਇਨਵਾਇਰਮੈਂਟ ਨੂੰ ਠੀਕ ਕਰਨ ਵਾਸਤੇ ਤੋਂ ਇਸ ਚੈਪਟਰ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਤਾਂ ਇਹ ਚੈਪਟਰ ਆਪਣੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈਗਾ ਇਸ ਕਰਕੇ, ਕਿਉਂਕਿ ਇਹ ਇਨਵਾਇਰਮੈਂਟ ਨਾਲ ਜੁੜਿਆ ਹੋਇਆ ਹੈਗਾ। ਤਾਂ ਇਸ ਚੈਪਟਰ ਦੇ ਵਿੱਚ ਆਪਾਂ ਕਰਾਂਗੇ ਕਿ ਇਨਵਾਇਰਮੈਂਟ ਕੰਸਰਨ ਹੈ ਕਿਹੜੇ ਕਿਹੜੇ ਨੇ। ਫਿਰ ਇੱਕ ਅਰਥ ਸਮਿਟ ਹੋਇਆ ਸੀਗਾ ਜਿਹਨੂੰ ਰੀਓ ਸਮਿਟ ਵੀ ਬੋਲ ਦਿੰਦੇ ਹੈਗੇ। ਏਜੰਡਾ 21 ਆਇਆ ਸੀਗਾ ਉਹਦੇ 'ਚ, ਉਹ ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਵਿੱਚ ਹੋਇਆ ਸੀਗਾ 1992 ਦੇ ਵਿੱਚ। ਉਹ ਬਹੁਤ ਮਹੱਤਵਪੂਰਨ ਸਮਿਟ ਸੀਗਾ, ਉਹਦੇ ਬਾਰੇ ਵੀ ਆਊਗਾ ਇਹਦੇ 'ਚ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਵੀ ਗਲੋਬਲ ਕਾਮਨਸ ਜਾਂ ਡਿਫਰੈਂਸ਼ੀਅਲ ਰਿਸਪੋਂਸੀਬਿਲਿਟੀ, ਲੋਕ ਵੀ ਸਮੱਸਿਆ ਤਾਂ ਸਭ ਦੀ ਸਾਂਝੀ ਆ ਪਰ ਉਹਦੀ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ, ਆਪਾਂ ਉਹਦੇ ਬਾਰੇ ਵੀ ਕਰਾਂਗੇ। ਇਸ ਤੋਂ ਇਹ ਤੋਂ ਇਲਾਵਾ ਆਪਾਂ ਕੁਝ ਇਹੋ ਜਿਹੀਆਂ ਸਾਂਝੀਆਂ ਸਮੱਸਿਆਵਾਂ ਨੇਗੀਆਂ ਜਿਵੇਂ ਕਿ ਜਿਹਦੀ ਜੀਓ ਪੋਲੀਟਿਕਸ ਹੁੰਦੀ ਹੈਗੀ, ਜਿਵੇਂ ਕਿ ਵਾਟਰ ਹੋ ਗਿਆ, ਵਾਟਰ ਨੂੰ ਲੈ ਕੇ ਵਾਰ ਹੋਣਗੇ ਅਗਲੇ ਸਮੇਂ ਦੇ ਵਿੱਚ, ਉਹਦੇ ਬਾਰੇ ਕਰਾਂਗੇ। ਫਿਰ ਆਇਲ ਬਾਰੇ ਆਪਾਂ ਗੱਲ ਕਰਾਂਗੇ। ਫਿਰ ਇੰਡੀਜਨਸ ਪੀਪਲ ਬਾਰੇ ਵੀ ਆਪਾਂ ਗੱਲ ਕਰਾਂਗੇ। ਤਾਂ ਇਨਵਾਇਰਮੈਂਟ ਵਾਲਾ ਚੈਪਟਰ ਹੈਗਾ ਇਹ, ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਭਰੀ ਪਈ ਹੈ। ਚੈਪਟਰ ਥੋੜ੍ਹਾ ਜਿਹਾ ਲੰਬਾ ਹੋਊਗਾ, ਆਪਾਂ ਇਹਦੀਆਂ 2 ਵੀਡੀਓ ਲੈ ਕੇ ਆਵਾਂਗੇ। ਅੱਜ ਆਪਾਂ ਪਹਿਲੀ ਵੀਡੀਓ ਲੈ ਕੇ ਆਏ ਹਾਂ ਅਤੇ ਸ਼ੁਰੂ ਕਰ ਦਿਆਂਗੇ ਚੈਪਟਰ। ਹਾਂਜੀ ਹਾਂਜੀ, ਚੈਪਟਰ ਦਾ ਨਾਮ ਹੈ ਇਨਵਾਇਰਮੈਂਟ ਐਂਡ ਨੈਚੁਰਲ ਰਿਸੋਰਸਿਜ। ਪੰਜਾਬੀ 'ਚ ਗੱਲ ਕਰੀਏ ਤਾਂ ਵਾਤਾਵਰਨ ਅਤੇ ਕੁਦਰਤੀ ਸੰਸਾਧਨ। ਹਾਂਜੀ, ਪਹਿਲਾ ਟੋਪਿਕ ਹੈ ਇਨਵਾਇਰਮੈਂਟਲ ਕੰਸਰਨ ਇਨ ਦਾ ਗਲੋਬਲ ਪੋਲੀਟਿਕਸ। ਹਾਂਜੀ, ਗਲੋਬਲ ਰਾਜਨੀਤੀ ਦੇ ਵਿੱਚ ਇਨਵਾਇਰਮੈਂਟ ਦੀਆਂ ਕਿਹੜੀਆਂ ਕਿਹੜੀਆਂ ਚਿੰਤਾਵਾਂ ਨੇ ਉਹ ਦੇਖਦੇ ਆਪਾਂ। ਹਾਂਜੀ, ਪਹਿਲੀ ਚਿੰਤਾ, ਕਲਟੀਵੇਟਡ ਏਰੀਆ ਕੈਨ ਨਾਟ ਐਕਸਪੈਂਡ ਐਨੀ ਮੋਰ ਐਂਡ ਸਮ ਪੋਰਸ਼ਨ ਆਫ ਦਾ ਐਗਜ਼ਿਸਟਿੰਗ ਐਗਰੀਕਲਚਰ ਲੈਂਡ ਇਜ਼ ਲੂਜ਼ਿੰਗ ਫਰਟੀਲਿਟੀ, ਗ੍ਰਾਸਲੈਂਡ ਹੈਵ ਬੀਨ ਓਵਰਗ੍ਰੇਡ ਐਂਡ ਫਿਸ਼ਰੀਜ਼। ਦੇਖੋ ਵੀ ਜਿਵੇਂ ਆਪਣਾ ਭਾਰਤ ਦਾ ਏਰੀਆ ਹੈਗਾ, ਭਾਰਤ ਦਾ ਏਰੀਆ ਫਿਕਸ ਹੈ ਵੀ, ਭਾਰਤ ਦਾ ਜਿੰਨਾ ਏਰੀਆ ਆਜ਼ਾਦੀ ਵੇਲੇ ਸੀਗਾ ਉਨਾ ਹੀ ਏਰੀਆ ਹੋਣਾ ਗਾ, ਅਤੇ ਉਨਾ ਹੀ ਏਰੀਆ ਅੱਜ ਤੋਂ 50 ਸਾਲ ਬਾਅਦ ਹੋਊਗਾ ਜਾਂ 100 ਸਾਲ ਬਾਅਦ ਹੋਊਗਾ। ਏਰੀਆ ਤਾਂ ਨਹੀਂ ਵੱਧ ਸਕਦਾ ਨਾ, ਏਰੀਆ ਤਾਂ ਉਨਾ ਹੀ ਰਹੂਗਾ ਜਿੰਨੀ ਧਰਤੀ ਹੈਗੀ ਹੈ, ਟੋਟਲ ਧਰਤੀ ਜਿੰਨੀ ਹੈਗੀ ਹੈ, ਲੈਂਡ ਮਾਸ ਜਿੰਨਾ ਹੈਗਾ ਉਹ ਉਨਾ ਹੀ ਰਹਿਣਾ ਗਾ, ਉਹ ਨਹੀਂ ਵੱਧ ਸਕਦਾ। ਪਰ ਆਬਾਦੀ ਲਗਾਤਾਰ ਵੱਧ ਰਹੀ ਹੈ। ਆਬਾਦੀ ਦੇ ਲਗਾਤਾਰ ਵਾਧੇ ਕਾਰਨ ਜਿਹੜੇ ਇਹ ਰਿਸੋਰਸ ਨੇ ਧਰਤੀ ਦੇ ਉੱਤੇ ਉਹ ਥੋੜ੍ਹੇ ਪੈ ਰਹੇ ਹੈਗੇ। ਆਪਾਂ ਏਰੀਏ ਨੂੰ ਵਧਾ ਨਹੀਂ ਸਕਦੇ ਪਰ ਆਪਾਂ ਆਬਾਦੀ ਨੂੰ ਕੰਟਰੋਲ ਕਰ ਸਕਦੇ ਹੈਗੇ। ਹਾਂਜੀ, ਦੂਸਰਾ, ਇਸ ਕਰਕੇ ਐਗਰੀਕਲਚਰ ਲੈਂਡ ਹੈ ਜਿਹੜੀ ਉਹ ਕੀ ਹੋਊਗੀ, ਐਗਰੀਕਲਚਰ ਲੈਂਡ 'ਤੇ ਲਗਾਤਾਰ ਐਗਰੀਕਲਚਰ ਹੋ ਰਹੀ ਹੈ ਅਤੇ ਜਿਹਦੇ ਕਰਕੇ ਕੀ ਹੈ ਉਹਦੀ ਫਰਟੀਲਿਟੀ ਲੂਜ਼ ਹੋ ਗਈ ਹੈ, ਉਹਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਘੱਟ ਗਈ ਹੈ। ਦੂਜਾ, ਮਨੁੱਖੀ ਲੋੜਾਂ ਵਧਣ ਕਰਕੇ ਫਿਸ਼ਰੀ ਵੀ ਜ਼ਿਆਦਾ ਕੀਤੀ ਜਾ ਰਹੀ ਹੈ, ਲੋੜ ਤੋਂ ਵੱਧ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੀਆਂ ਚਰਾਗਾਹਾਂ ਨੇ ਜਿਨ੍ਹਾਂ ਦੇ ਉੱਤੇ ਪਸ਼ੂ ਚਰਾਏ ਜਾਂਦੇ ਆ ਉਹਨਾਂ 'ਤੇ ਵੀ ਓਵਰਗਰੇਜਿੰਗ ਹੋ ਰਹੀ ਹੈ, ਉਹਨਾਂ 'ਤੇ ਵੀ ਲੋੜ ਤੋਂ ਵੱਧ ਚਰਾਇਆ ਜਾ ਰਿਹਾ ਹੈਗਾ। ਅਤੇ ਇਸ ਕਰਕੇ ਸਾਰੇ ਕਿਸੇ ਪਾਸੇ ਹੀ, ਹਰ ਪਾਸੇ ਕੀ ਹੋ ਰਿਹਾ ਹੈਗਾ, ਕਹਿ ਸਕਦੇ ਹਾਂ ਵੀ ਆਪਾਂ ਲੋੜ ਤੋਂ ਵੱਧ ਚੀਜ਼ਾਂ ਨੂੰ ਵਰਤਿਆ ਜਾ ਰਿਹਾ ਹੈਗਾ, ਜਿਹਦੇ ਨਾਲ ਇਨਵਾਇਰਮੈਂਟ ਪ੍ਰਭਾਵਿਤ ਹੋ ਰਿਹਾ ਹੈਗਾ। ਹਾਂਜੀ, ਇਹ ਪਹਿਲਾ ਕੰਸਰਨ ਹੈ, ਬਹੁਤ ਵੱਡੀ ਚਿੰਤਾ ਹੈਗੀ ਇਹ। ਅੱਗੇ, ਅਕੋਰਡਿੰਗ ਟੂ ਦਾ UNDP 1.2 ਬਿਲੀਅਨ ਪੀਪਲ ਇਨ ਡਿਵੈਲਪਿੰਗ ਕੰਟਰੀਜ਼ ਹੈਵ ਨੋ ਐਕਸੈਸ ਟੂ ਸੇਫ ਵਾਟਰ ਐਂਡ 2.6 ਬਿਲੀਅਨ ਹੈਵ ਨੋ ਐਕਸੈਸ ਟੂ ਸੈਨੀਟੇਸ਼ਨ ਰਿਜ਼ਲਟਿੰਗ ਦਾ ਡੈਥ ਆਫ ਮੋਰ ਦੈਨ 3 ਮਿਲੀਅਨ ਚਿਲਡਰਨ ਐਵਰੀ ਈਅਰ। ਦੇਖੋ ਵੀ ਯੂਨਾਈਟਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦੇ ਅਕੋਰਡਿੰਗ ਕਹਿੰਦੇ ਹਰੇਕ ਸਾਲ ਨਾ 3 ਮਿਲੀਅਨ ਚਿਲਡਰਨ ਮਰ ਜਾਂਦੇ ਹੈ। ਕਿਉਂ ਮਰ ਜਾਂਦੇ ਹੈ? ਕਿਉਂਕਿ ਜਿਹੜੇ ਵਿਕਾਸਸ਼ੀਲ ਦੇਸ਼ ਹੈ ਉਹਨਾਂ ਦੇ ਵਿੱਚ 1.2 ਬਿਲੀਅਨ ਲੋਕਾਂ ਕੋਲ ਪੀਣ ਵਾਲਾ ਸਾਫ਼ ਪਾਣੀ ਹੈ ਨਹੀਂ ਗਾ ਅਤੇ 2.6 ਬਿਲੀਅਨ ਲੋਕਾਂ ਕੋਲ ਸਫਾਈ ਹੈ ਨਹੀਂ ਗੀ। ਸਫਾਈ ਦਾ ਇੰਨਾ ਬੁਰਾ ਹਾਲ ਹੈ, ਸਾਫ਼ ਪਾਣੀ ਦਾ ਇੰਨਾ ਬੁਰਾ ਹਾਲ ਹੈ ਕਿ ਜਿਹਦੇ ਕਰਕੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਹਰੇਕ ਸਾਲ। 3 ਮਿਲੀਅਨ ਦੇ ਕਰੀਬ, ਮਤਲਬ ਕਿ 30 ਲੱਖ ਦੇ ਕਰੀਬ ਬੱਚਿਆਂ ਦੀ ਮੌਤ ਹੋ ਜਾਂਦੀ ਹੈਗੀ ਸਾਫ਼ ਪਾਣੀ ਨਾ ਹੋਣ ਕਾਰਨ, ਸਫਾਈ ਨਾ ਹੋਣ ਕਾਰਨ। ਇਹ ਬਹੁਤ ਵੱਡੀ ਚਿੰਤਾ ਹੈ ਵੀ, ਬਿਲਕੁਲ। ਅੱਗੇ ਵਧਦੇ ਹਾਂ। ਵੈਸੇ ਬੱਚੇ ਤੁਹਾਨੂੰ ਪਤਾ ਹੋਊਗਾ ਮਿਲੀਅਨ ਕਿੰਨਾ ਹੁੰਦਾ, ਮਿਲੀਅਨ ਹੁੰਦਾ 10 ਲੱਖ ਦਾ, ਬਿਲੀਅਨ ਹੁੰਦਾ 10 ਕਰੋੜ ਦਾ, 3 ਜ਼ੀਰੋਆਂ ਲਾ ਸਕਦੇ ਹਾਂ ਆਪਾਂ ਅੱਗੇ।
ਅਤੇ ਇੱਕ ਟ੍ਰਿਲੀਅਨ ਵੀ ਹੁੰਦਾ ਗਾ, ਟ੍ਰਿਲੀਅਨ ਬਹੁਤ ਵੱਡਾ ਵੈਲਿਊ ਹੁੰਦੀ ਹੈ। ਟ੍ਰਿਲੀਅਨ ਹੁੰਦਾ 10 ਅਰਬ ਦਾ। ਹਾਂਜੀ, ਇਹ ਯਾਦ ਰੱਖਿਓ। The lose of the biodiversity continue due to the destruction of the habitat in areas which are rich in species। ਦੇਖੋ ਵੀ ਬਾਇਓਡਾਇਵਰਸਿਟੀ ਦਾ ਮਤਲਬ ਹੁੰਦਾ ਹੈਗਾ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਡਾਇਵਰਸਿਟੀ ਦਾ ਮਤਲਬ ਹੁੰਦਾ ਭਿੰਨਤਾ। ਬਾਇਓਡਾਇਵਰਸਿਟੀ ਦਾ ਮਤਲਬ ਹੋ ਗਿਆ ਜੀਵਾਂ ਦੀ ਵਿਭਿੰਨਤਾ। ਅਤੇ ਉਹਨਾਂ ਦਾ ਲੋਸ ਹੋ ਰਿਹਾ ਲਗਾਤਾਰ। ਬਹੁਤ ਸਾਰੀਆਂ ਜਿਹੜੀਆਂ ਪ੍ਰਜਾਤੀਆਂ ਨੇ ਉਹ ਕੀ ਹੋ ਰਹੀਆਂ ਨੇ, ਐਕਸਟੈਂਟ ਹੋ ਰਹੀਆਂ ਨੇ, ਪ੍ਰਸੁਪਤ ਹੋ ਰਹੀਆਂ ਨੇ, ਜਾਂ ਐਂ ਕਹਿ ਲਓ ਲੁਪਤ ਹੋ ਰਹੀਆਂ ਨੇ ਵਰਲਡ ਦੇ ਵਿੱਚੋਂ। ਕਿਉਂਕਿ ਜਿੰਨੀ ਜ਼ਿਆਦਾ ਤੇਜ਼ੀ ਨਾਲ ਆਬਾਦੀ ਵੱਧ ਰਹੀ ਹੈ, ਆਬਾਦੀ ਨੂੰ ਖਾਣਾ ਵੀ ਚਾਹੀਦਾ ਹੈ, ਤਾਂ ਉਹਦੇ ਲਈ ਐਗਰੀਕਲਚਰ ਲੈਂਡ ਚਾਹੀਦੀ ਹੈ। ਉਹ ਤੋਂ ਜੰਗਲਾਂ ਨੂੰ ਸਾਫ਼ ਕਰਨਗੇ, ਉਹ 'ਤੇ ਖੇਤੀ ਕਰਨਗੇ। ਅਤੇ ਉਹਨਾਂ ਨੂੰ ਘਰ ਬਣਾਉਣ ਵਾਸਤੇ ਜਗ੍ਹਾ ਵੀ ਚਾਹੀਦੀ ਹੈ, ਤਾਂ ਉਹ ਜੰਗਲਾਂ ਨੂੰ ਸਾਫ਼ ਕਰਨਗੇ ਅਤੇ ਘਰ ਬਣਾਉਣਗੇ। ਇਸ ਕਰਕੇ ਤੇਜ਼ੀ ਨਾਲ ਜੰਗਲ ਕੱਟੇ ਜਾ ਰਹੇ ਹੈ। ਉਹਨਾਂ ਜੰਗਲਾਂ ਦੇ ਵਿੱਚ ਜਿਹੜੇ ਪਸ਼ੂ ਪੰਛੀ ਰਹਿੰਦੇ ਹੈਗੇ ਉਹ ਆਪਦੇ ਘਰ ਛੱਡ ਕੇ ਬੇਘਰ ਹੋ ਰਹੇ ਹੈ, ਜਾਂ ਉਹ ਮਰ ਰਹੇ ਹੈ, ਅਤੇ ਜਾਂ ਉਹ ਬੇਘਰ ਹੋ ਰਹੇ ਹੈ। ਹਾਂਜੀ, ਅਤੇ ਇਹ ਵੀ ਬਹੁਤ ਵੱਡੀ ਚਿੰਤਾ ਹੈ ਵੀ। ਬਿਲਕੁਲ ਉਹ ਹੈਬੀਟੈਟ ਲੋਸ ਕਰ ਰਿਹਾ ਆਪਦਾ। ਹੈਬੀਟੈਟ ਦਾ ਮਤਲਬ ਹੁੰਦਾ ਨਿਵਾਸ ਸਥਾਨ। ਹਾਂਜੀ, ਅੱਗੇ ਹੈ ਸਟੱਡੀ ਡਿਕਲਾਈਨ ਇਨ ਦਾ ਅਮਾਊਂਟ ਆਫ ਦਾ ਓਜ਼ੋਨ ਲੇਅਰ। ਬਿਲਕੁਲ ਹੌਲੀ ਹੌਲੀ ਕੀ ਹੋ ਰਹੀ ਹੈ, ਜਿਹੜੀ ਓਜ਼ੋਨ ਲੇਅਰ ਆ ਉਹ ਟੁੱਟ ਰਹੀ ਹੈ, ਹੌਲੀ ਹੌਲੀ ਟੁੱਟ ਰਹੀ ਹੈ। ਜਿਹੜੀ ਓਜ਼ੋਨ ਹੁੰਦੀ ਹੈ ਵੀ ਉਹ ਆਕਸੀਜਨ ਦੀ ਬਣੀ ਹੁੰਦੀ ਹੈ। ਅਤੇ ਓਜ਼ੋਨ ਜਿਹੜੀ ਹੁੰਦੀ ਹੈਗੀ ਇਹ ਦੂਜੀ ਲੇਅਰ ਦੇ ਵਿੱਚ ਹੁੰਦੀ ਹੈ। ਆਪਣੀ ਵਾਤਾਵਰਨ ਦੀ ਜਿਹੜੀ ਲੇਅਰ ਹੁੰਦੀ ਹੈਗੀ, ਵਾਯੂਮੰਡਲ ਦੀ ਲੇਅਰ ਹੁੰਦੀ ਹੈ। ਵਾਯੂਮੰਡਲ ਦੀਆਂ 5 ਲੇਅਰਸ ਹੁੰਦੀਆਂ ਨੇ, ਮੈਂ ਦੱਸਣਾ ਚਾਹੁੰਦਾ ਬੱਚਿਓ। ਪਹਿਲੀ ਸਭ ਤੋਂ ਹੇਠਲੀ ਲੇਅਰ ਹੁੰਦੀ ਹੈ ਟ੍ਰੋਪੋਸਫੇਅਰ। ਟ੍ਰੋਪੋਸਫੇਅਰ ਦੇ ਵਿੱਚ ਆਪਾਂ ਰਹਿੰਦੇ ਹੈਗੇ, ਟ੍ਰੋਪੋਸਫੇਅਰ 'ਚ ਖੇਤੀ ਕਰਦੇ ਹਾਂ, ਸਭ ਕੁਝ ਮੀਂਹ ਬੱਦਲ ਹਨੇਰੀ ਇੱਥੇ ਹੀ ਆਉਂਦਾ ਸਾਰਾ ਕੁਛ। ਟ੍ਰੋਪੋਸਫੇਅਰ ਦੀ ਉਚਾਈ ਹੈ ਜਿਹੜੀ ਉਹ 15 ਤੋਂ 20 ਕਿਲੋਮੀਟਰ ਹੈਗੀ ਲਗਭਗ। ਕਿਤੇ 18 ਲਿਖ ਦਿੰਦੇ ਆ, ਕਿਤੇ 16 ਲਿਖ ਦਿੰਦੇ ਆ। ਇਸ ਤੋਂ ਉੱਪਰ ਹੁੰਦੀ ਹੈਗੀ ਸਟ੍ਰੈਟੋਸਫੇਅਰ। ਸਟ੍ਰੈਟੋਸਫੇਅਰ ਦੇ ਵਿੱਚ ਹੁੰਦੀ ਹੈ ਓਜ਼ੋਨ ਲੇਅਰ। ਸਟ੍ਰੈਟੋਸਫੇਅਰ ਦੇ ਵਿੱਚ ਓਜ਼ੋਨ ਲੇਅਰ ਹੁੰਦੀ ਹੈਗੀ। ਓਜ਼ੋਨ ਲੇਅਰ ਆਕਸੀਜਨ ਦੀ ਬਣੀ ਹੁੰਦੀ ਹੈਗੀ। O3 ਦਾ ਫਾਰਮੂਲਾ ਹੁੰਦਾ ਹੈ। ਜਿਹੜੀ ਓਜ਼ੋਨ ਲੇਅਰ ਹੈ ਇਹ ਅਲਟਰਾਵਾਇਲਟ ਕਿਰਨਾਂ ਨੂੰ ਆਪਣੀ ਧਰਤੀ 'ਤੇ ਨਹੀਂ ਆਉਣ ਦਿੰਦੀ। ਜੇ ਅਲਟਰਾਵਾਇਲਟ ਕਿਰਨਾਂ ਆਪਣੀ ਧਰਤੀ 'ਤੇ ਆ ਜਾਣਗੀਆਂ ਤਾਂ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਣਗੀਆਂ। ਉਹ ਅਲਟਰਾਵਾਇਲਟ ਕਿਰਨਾਂ ਨੂੰ ਧਰਤੀ 'ਤੇ ਰੋਕਦੀ ਆ ਆਉਣ ਤੋਂ ਓਜ਼ੋਨ ਲੇਅਰ। ਹਾਂਜੀ, ਤਾਂ ਓਜ਼ੋਨ ਲੇਅਰ 'ਤੇ 90 ਵਾਲੇ ਦਹਾਕੇ ਦੇ ਵਿੱਚ ਜਾਂ 80 ਵਾਲੇ ਦਹਾਕੇ ਦੇ ਵਿੱਚ ਕੁਝ ਓਜ਼ੋਨ ਦੇ ਵਿੱਚ ਹੋਲ ਦੇਖੇ ਗਏ ਸੀਗੇ। ਸਾਊਥ ਪੋਲ ਦੇ ਨੇੜੇ, ਅੰਟਾਰਕਟਿਕਾ ਦੇ ਨੇੜੇ ਕੁਝ ਹੋਲ ਦੇਖੇ ਗਏ ਸੀ। ਉਹਨਾਂ ਨੂੰ ਰਿਕਵਰ ਕਰਨ ਵਾਸਤੇ ਇੱਕ ਪ੍ਰੋਟੋਕੋਲ ਸਾਈਨ ਕੀਤਾ ਗਿਆ ਸੀ, ਮੌਂਟਰੀਅਲ ਪ੍ਰੋਟੋਕੋਲ। ਇਹ ਬੱਚਿਓ ਯਾਦ ਰੱਖਣਾ ਤੁਸੀਂ, ਇਹ ਪਹਿਲਾਂ ਵੀ ਆਇਆ ਸੀਗਾ। ਇਹ ਮੌਂਟਰੀਅਲ ਪ੍ਰੋਟੋਕੋਲ ਆ ਜਿਹੜਾ ਇਹ 1987 'ਚ ਸਾਈਨ ਹੋਇਆ ਸੀਗਾ। 16 ਸਤੰਬਰ 1987 ਨੂੰ ਇੰਡੀਆ ਨੇ ਇਹਨੂੰ ਜੁਆਇਨ ਕਰਿਆ ਸੀਗਾ। ਤਾਂ ਇਹਨੇ ਕਿਹਾ ਸੀਗਾ ਵੀ CFC 'ਤੇ ਰੋਕ ਲਾ ਦਿਓ, ਕਲੋਰੋਫਲੋਰੋਕਾਰਬਨ 'ਤੇ ਰੋਕ ਲਾ ਦਿਓ। ਜਿਹੜੀਆਂ ਫਰਿੱਜਾਂ 'ਚ ਜਾਂ ਏਸੀਆਂ 'ਚ ਗੈਸ ਭਰੀ ਜਾਂਦੀ ਸੀ CFC, ਕਲੋਰੋਫਲੋਰੋਕਾਰਬਨ। ਇਹਦੇ 'ਚ ਜਿਹੜੀ ਫਲੋਰੀਨ ਸੀ, ਕਲੋਰੀਨ ਸੀ, ਉਹ ਜਾ ਕੇ ਕੀ ਕਰਦੀ ਸੀਗੀ, ਓਜ਼ੋਨ ਲੇਅਰ ਨੂੰ ਡਿਪਲੀਟ ਕਰਦੀ ਸੀ। ਉਹ 'ਤੇ ਰੋਕ ਲਾਤੀ ਤਾਂ ਕਾਫੀ ਹੱਦ ਤੱਕ ਉਹ ਰਿਕਵਰ ਹੋ ਚੁੱਕੀ ਹੈ। ਹਾਂਜੀ, ਤਾਂ ਮੌਂਟਰੀਅਲ ਪ੍ਰੋਟੋਕੋਲ ਨੂੰ ਸਕਸੈਸ ਮੰਨਿਆ ਜਾਂਦਾ ਹੈ, ਸਕਸੈਸਫੁਲ ਮੰਨਿਆ ਜਾਂਦਾ, ਸਫਲ ਮੰਨਿਆ ਜਾਂਦਾ। ਅਤੇ ਮੌਂਟਰੀਅਲ ਕੈਨੇਡਾ ਦਾ ਸ਼ਹਿਰ ਸੀਗਾ। ਇਹ ਪ੍ਰੋਟੋਕੋਲ 16 ਸਤੰਬਰ ਨੂੰ ਸਾਈਨ ਹੋਇਆ ਸੀ, ਇਸ ਕਰਕੇ 16 ਸਤੰਬਰ ਨੂੰ ਮਨਾਇਆ ਜਾਂਦਾ ਓਜ਼ੋਨ ਡੇ। ਇਹ ਸਾਰੀਆਂ ਗੱਲਾਂ ਬੱਚਿਓ ਮੈਂ ਤੁਹਾਨੂੰ ਦੱਸੀਆਂ ਨੇ, ਯਾਦ ਰੱਖਣੀਆਂ ਨੇ, ਬਹੁਤ ਮਹੱਤਵਪੂਰਨ ਗੱਲਾਂ ਨੇ। ਅੱਗੇ ਵਧਦੇ ਹਾਂ ਵੀ। ਵੈਸੇ ਇਹ ਓਜ਼ੋਨ ਲੇਅਰ ਟੁੱਟ ਰਹੀ ਹੈ, ਇਹ ਇੱਕ ਚਿੰਤਾ ਹੈਗੀ, ਕਨਸਰਨ ਹੈ ਇੱਕ। ਅੱਗੇ ਵੀ ਕੋਸਟਲ ਪੋਲਿਊਸ਼ਨ ਟੂ ਇਜ਼ ਇਨਕਰੀਜ਼ਿੰਗ ਗਲੋਬਲੀ। ਬਿਲਕੁਲ ਵੀ ਜਿਵੇਂ ਦੇਖੋ ਵੀ ਬੱਚਿਓ, ਜਿੱਥੇ ਜਿੱਥੇ ਆਬਾਦੀ ਵਧੂਗੀ ਨਾ ਉੱਥੇ ਉੱਥੇ ਪੋਲਿਊਸ਼ਨ ਵੀ ਵਧੂਗਾ, ਉੱਥੇ ਰਿਸੋਰਸਾਂ 'ਤੇ ਬਰਡਨ ਵੀ ਵਧੂਗਾ। ਹਾਂਜੀ, ਅਤੇ ਉੱਥੇ ਸਫਾਈ ਵੀ ਘਟੂਗੀ, ਅਤੇ ਉੱਥੇ ਜਿਹੜੇ ਆਪਣੇ ਨੈਚੁਰਲ ਰਿਸੋਰਸ ਹੈ ਉਹਨਾਂ ਦੀ ਵੀ ਕਮੀ ਹੋਊਗੀ। ਜਿਹੜੇ ਧਰਤੀ ਦੇ ਵਿੱਚੋਂ ਆਪਣੇ ਦੂਸਰੇ ਸੋਰਸ ਨਿਕਲ ਰਹੇ ਆ ਉਹਨਾਂ ਦੀ ਵੀ ਕਮੀ ਹੋਊਗੀ। ਅਤੇ ਜਿਹੜੀ ਐਗਰੀਕਲਚਰ ਲੈਂਡ ਉਹਦੀ ਕਮੀ ਵੀ ਹੋਊਗੀ, ਅਤੇ ਐਗਰੀਕਲਚਰ ਲੈਂਡ ਆਪਦੀ ਫਰਟੀਲਿਟੀ ਵੀ ਲੂਜ਼ ਕਰੂਗੀ। ਇਹ ਸਾਰੀਆਂ ਸਮੱਸਿਆਵਾਂ ਹੋਣਗੀਆਂ। ਅਤੇ ਇਹ ਮੇਨਲੀ ਵਾਧਾ ਕੀ ਹੈ, ਆਬਾਦੀ ਦਾ ਵਾਧਾ ਹੋ ਰਿਹਾ। ਇਹੀ ਸਭ ਤੋਂ ਵੱਡਾ ਕਨਸਰਨ ਹੈਗਾ। ਹਾਂਜੀ, ਕੋਸਟ ਦੇ ਉੱਤੇ ਜਿਹੜਾ ਪੋਲਿਊਸ਼ਨ ਆ ਉਹ ਬਹੁਤ ਵੱਧ ਰਿਹਾ ਵੀ। ਜਿਹੜਾ ਨਦੀਆਂ ਦਾ ਪਾਣੀ ਜਾ ਕੇ ਉਹਦੇ 'ਚ ਡਰੇਨ ਹੁੰਦਾ ਗਾ, ਉਹ ਨਦੀਆਂ ਦਾ ਪਾਣੀ ਪਹਿਲਾਂ ਹੀ ਬਹੁਤ ਜ਼ਿਆਦਾ ਪੋਲਿਊਟ ਹੋ ਜਾਂਦਾ ਹੈ, ਅਤੇ ਉਹ ਪੋਲਿਊਟਡ ਪਾਣੀ ਜਾ ਕੇ ਸਮੁੰਦਰਾਂ 'ਚ ਮਿਲਦਾ ਗਾ। ਅਤੇ ਉਹਦੇ ਨਾਲ ਜਿਹੜਾ ਕੋਸਟਲ ਪੋਲਿਊਸ਼ਨ ਹੈਗਾ, ਜਾਂ ਬੀਚਸ ਵਗੈਰਾ ਨੇ ਜਿਹੜੀਆਂ ਹੋਰ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਇਕੋਨਮੀ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾ ਰਹੀਆਂ ਨੇ, ਉੱਥੇ ਮਨੁੱਖ ਦੀ ਆਬਾਦੀ ਵਧਣ ਕਾਰਨ ਕੀ ਹੋ ਰਿਹਾ ਹੈਗਾ, ਬਹੁਤ ਸਾਰਾ ਪੋਲਿਊਸ਼ਨ ਹੋ ਰਿਹਾ ਹੈਗਾ। ਕੋਸਟਲ ਪੋਲਿਊਸ਼ਨ ਹਾਈ ਹੋ ਰਿਹਾ ਹੈਗਾ, ਇਨਕਰੀਜ਼ ਹੋ ਰਿਹਾ ਦਿਨ ਬ ਦਿਨ। ਇਹ ਬਹੁਤ ਵੱਡਾ ਕਨਸਰਨ ਹੈ। ਅੱਗੇ ਵਧਦੇ ਹਾਂ ਵੀ। UNEP ਬਿਗਨ ਹੋਲਡਿੰਗ ਇੰਟਰਨੈਸ਼ਨਲ ਕਾਨਫਰੰਸ ਐਂਡ ਪ੍ਰਮੋਟਿੰਗ ਡਿਟੇਲਡ ਸਟੱਡੀ ਟੂ ਗੈਟ ਏ ਮੋਰ ਕੋਆਰਡੀਨੇਟ ਐਂਡ ਇਫੈਕਟਿਵ ਰਿਸਪੋਂਸ ਟੂ ਇਨਵਾਇਰਮੈਂਟ ਪ੍ਰੋਬਲਮਸ ਹੈਜ਼ ਅਮਰਜਡ। ਦੇਖੋ ਵੀ ਯੂਨਾਈਟਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਨੇ ਧਿਆਨ ਦਿੱਤਾ ਇਹ ਗੱਲ 'ਤੇ ਕਿ ਇੰਟਰਨੈਸ਼ਨਲ ਕਾਨਫਰੰਸ ਹੋਲਡ ਕੀਤੀ ਕਿ ਆਪਾਂ ਜਿਹੜੀਆਂ ਇਨਵਾਇਰਮੈਂਟ ਪ੍ਰੋਬਲਮਸ ਨੇ ਉਹਨਾਂ ਨੂੰ ਧਿਆਨ ਨਾਲ ਸਟੱਡੀ ਕਰੀਏ, ਅਤੇ ਇਹਦਾ ਸਹੀ ਢੁਕਵਾਂ ਹੱਲ ਲੱਭੀਏ। ਤਾਂ ਉਹਦੇ ਵਾਸਤੇ ਉਹਨਾਂ ਨੇ ਇੱਕ ਵਧੀਆ ਇਫੈਕਟਿਵ ਕੋਆਰਡੀਨੇਟ ਕਰਨ ਵਾਸਤੇ, ਇਨਵਾਇਰਮੈਂਟ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਸਮਝ ਕੇ ਹੱਲ ਕਰਨ ਵਾਸਤੇ
ਇੰਟਰਨੈਸ਼ਨਲ ਕਾਨਫਰੰਸ ਹੋਲਡ ਕੀਤੀ ਸੀਗੀ। ਹਾਂਜੀ, ਅਤੇ ਤਾਂ ਕਿ ਆਪਾਂ ਕੀ ਕਰ ਸਕੀਏ, ਐਜ ਸਿਗਨੀਫਿਕੈਂਟ ਇਸ਼ੂ ਆਫ ਦਾ ਗਲੋਬਲ ਪੋਲੀਟਿਕਸ, ਵੀ ਜਿਹੜਾ ਇਹ ਇਨਵਾਇਰਮੈਂਟ ਵਾਲਾ ਮੁੱਦਾ ਨਾ, ਇਹ ਇੱਕ ਮਹੱਤਵਪੂਰਨ ਜੀਓ ਪੋਲੀਟਿਕਸ ਇਸ਼ੂ ਬਣ ਕੇ ਸਾਹਮਣੇ ਆ ਰਿਹਾ ਹੈਗਾ। ਤਾਂ ਕਰਕੇ ਆਪਾਂ ਨੂੰ ਇਹਦੇ ਕੋਆਰਡੀਨੇਸ਼ਨ ਦੀ ਲੋੜ ਹੈ, ਇਹਨੂੰ ਸਮਝਣ ਦੀ ਲੋੜ ਹੈ। ਹਾਂਜੀ, ਇਹਦੇ 'ਤੇ ਕਾਨਫਰੰਸਾਂ ਕਰਨ ਦੀ ਲੋੜ ਹੈ। ਹਾਂਜੀ, ਇਹ ਸੀਗੇ ਜੀ ਕੰਸਰਨ। ਹੁਣ ਆਪਾਂ ਅਗਲੇ ਟੋਪਿਕ 'ਤੇ ਪਹੁੰਚਦੇ ਹਾਂ। ਅਗਲਾ ਟੋਪਿਕ ਹੈ ਅਰਥ ਸਮਿਟ। ਮੈਂ ਅਰਥ ਸਮਿਟ ਬਣਾਤਾ, ਵੈਸੇ ਇਸ ਟੋਪਿਕ ਦਾ ਨਾਂ ਕਿਤਾਬ 'ਚ ਤੁਹਾਨੂੰ ਨਹੀਂ ਮਿਲੂਗਾ, ਮੈਂ ਵੈਸੇ ਬਣਾਇਆ ਹੈਗਾ। ਹਾਂਜੀ, ਅਰਥ ਸਮਿਟ। ਦਿਸ ਕਾਨਫਰੰਸ ਹੈਲਡ ਇਨ ਰੀਓ ਡੀ ਜਨੇਰੀਓ, ਬ੍ਰਾਜ਼ੀਲ, ਜੂਨ 1992। ਦਿਸ ਵਾਜ ਆਲਸੋ ਕੋਲਡ ਦਾ ਅਰਥ ਸਮਿਟ। ਬਿਲਕੁਲ ਵੀ ਇੱਕ ਦੇਖੋ, ਜਿਹੜਾ UNEP ਲਿਖਿਆ ਉਸੇ ਨੇ ਹੋਲਡ ਕੀਤੀ ਸੀ ਇਹ। ਇੱਕ ਕਾਨਫਰੰਸ ਹੋਈ ਸੀ ਰੀਓ ਡੀ ਜਨੇਰੀਓ, ਇੱਕ ਸ਼ਹਿਰ ਹੈ ਬ੍ਰਾਜ਼ੀਲ ਦੇ ਵਿੱਚ, 1992 ਦੇ ਵਿੱਚ। ਇਨਵਾਇਰਮੈਂਟ ਇਸ਼ੂ ਨੂੰ ਦੇਖਣ ਵਾਸਤੇ, ਉਹਨਾਂ 'ਤੇ ਡਿਸਕਸ਼ਨ ਕਰਨ ਵਾਸਤੇ ਇੱਕ ਬਹੁਤ ਵੱਡਾ ਸਮਿਟ ਕੀਤਾ ਗਿਆ। ਉਹ ਕੀਤਾ ਗਿਆ ਜੂਨ 1992 ਵਿੱਚ ਰੀਓ ਡੀ ਜਨੇਰੀਓ ਦੇ ਵਿੱਚ। ਇਹਨੂੰ ਅਰਥ ਸਮਿਟ ਵੀ ਬੋਲਿਆ ਜਾਂਦਾ ਗਾ। ਦ ਸਮਿਟ ਵਾਜ ਅਟੈਂਡ ਬਾਏ 170 ਸਟੇਟਸ, 1000 ਆਫ NGO ਐਂਡ ਮੈਨੀ ਮਲਟੀਨੈਸ਼ਨਲ ਕਾਰਪੋਰੇਸ਼ਨ। ਜਿਹੜਾ ਇਹ ਸਮਿਟ ਹੈਗਾ, 170 ਦੇਸ਼ਾਂ ਨੇ, ਹਜ਼ਾਰਾਂ ਹੀ NGO ਨੇ, ਅਤੇ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਇਹਨੂੰ ਜੁਆਇਨ ਕੀਤਾ ਸੀ, ਅਟੈਂਡ ਕੀਤਾ ਸੀ। ਦੇਖੋ ਕਿੱਡਾ ਵੱਡਾ ਸਮਿਟ ਹੋ ਰਿਹਾ ਸੀਗਾ। ਗਲੋਬਲ ਨਾਰਥ ਵਾਜ ਪਰਸੂਇੰਗ ਏ ਡਿਫਰੈਂਟ ਇਨਵਾਇਰਮੈਂਟਲ ਏਜੰਡਾ ਦੈਨ ਦਾ ਗਲੋਬਲ ਸਾਊਥ। ਦੇਖੋ ਪਹਿਲਾਂ ਗਲੋਬਲ ਨਾਰਥ ਸਮਝੋ। ਜਿਹੜੇ ਦੇਸ਼ ਵਿਕਸਿਤ ਦੇਸ਼ ਨੇ, ਉਹ ਕਹਾਉਂਦੇ ਹੈਗੇ ਗਲੋਬਲ ਨਾਰਥ, ਜਿਵੇਂ ਕਿ USA ਹੋ ਗਿਆ, ਬ੍ਰਿਟੇਨ ਹੋ ਗਿਆ, ਫਰਾਂਸ ਹੋ ਗਿਆ, ਜਰਮਨੀ ਹੋ ਗਿਆ, ਕੈਨੇਡਾ ਹੋ ਗਿਆ। ਇਹਨਾਂ ਨੂੰ ਬੋਲਿਆ ਜਾਂਦਾ ਗਲੋਬਲ ਨਾਰਥ ਕੰਟਰੀਜ਼, ਕਿਉਂਕਿ ਇਹ ਡਿਵੈਲਪ ਨੇ, ਵਿਕਸਿਤ ਦੇਸ਼ ਨੇ। ਜਿਹੜੇ ਦੇਸ਼ ਹੈਗੇ ਵਿਕਾਸਸ਼ੀਲ ਦੇ, ਜਿਹੜਾ ਘੱਟ ਵਿਕਸਿਤ ਦੇਸ਼ ਹੈਗੇ, ਉਹਨਾਂ ਨੂੰ ਬੋਲਿਆ ਜਾਂਦਾ ਹੈਗਾ ਗਲੋਬਲ ਸਾਊਥ, ਜਿਵੇਂ ਕਿ ਇੰਡੀਆ ਹੋ ਗਿਆ, ਚਾਈਨਾ ਹੋ ਗਿਆ, ਬ੍ਰਾਜ਼ੀਲ ਹੋ ਗਿਆ, ਸਾਊਥ ਅਫਰੀਕਾ ਹੋ ਗਿਆ, ਇੰਡੋਨੇਸ਼ੀਆ ਹੋ ਗਿਆ। ਇਹਨਾਂ ਦੇਸ਼ਾਂ ਨੂੰ ਕੀ ਬੋਲਿਆ ਜਾਂਦਾ ਹੈਗਾ, ਗਲੋਬਲ ਸਾਊਥ। ਉਹਨਾਂ ਦੇ ਏਜੰਡੇ ਡਿਫਰੈਂਟ ਨੇ ਇਨਵਾਇਰਮੈਂਟ ਨੂੰ ਲੈ ਕੇ। ਜਿਹੜੇ ਗਲੋਬਲ ਨਾਰਥ ਵਾਲੇ ਦੇਸ਼ ਹੈ, ਉਹ ਕਹਿੰਦੇ ਆ ਵੀ ਆਪਾਂ ਇਨਵਾਇਰਮੈਂਟ ਪ੍ਰੋਬਲਮ ਨੂੰ ਠੀਕ ਕਰੀਏ, ਜਿਵੇਂ ਕਿ ਗਲੋਬਲ ਵਾਰਮਿੰਗ ਵੱਧ ਰਹੀ ਹੈਗੀ, ਪੋਲੂਸ਼ਨ ਵੱਧ ਰਿਹਾ ਹੈਗਾ, ਤਾਂ ਕਲਾਈਮੇਟ ਚੇਂਜ ਹੋ ਰਿਹਾ ਹੈਗਾ, ਆਪਾਂ ਜਾਂ ਓਜ਼ੋਨ ਲੇਅਰ ਡਿਪਲੀਟ ਹੋ ਰਹੀ ਹੈ, ਤਾਂ ਆਪਾਂ ਇਹਨਾਂ ਨੂੰ ਬਚਾਈਏ। ਬਟ ਜਿਹੜੇ ਗਲੋਬਲ ਸਾਊਥ ਵਾਲੇ ਦੇਸ਼ ਹੈਗੇ, ਉਹ ਕਹਿੰਦੇ ਹੈਗੇ ਤਾਂ ਜ਼ਿੰਮੇਵਾਰ ਤੁਸੀਂ ਹੈਗੇ ਹੋਗੇ, ਤੁਸੀਂ ਆਪੇ ਠੀਕ ਕਰੋ, ਅਤੇ ਨਾਲ ਜ਼ਿਆਦਾਤਰ ਧਿਆਨ ਆਪਾਂ ਨੂੰ ਕਹਿੰਦੇ ਇਕੋਨਮੀ 'ਤੇ ਧਿਆਨ ਦੇਣਾ ਚਾਹੀਦਾ। ਇਕੋਨਮੀ ਨੂੰ ਡਿਵੈਲਪ ਕਿਵੇਂ ਕਰੀਏ, ਆਪਾਂ ਨੂੰ ਇਹ 'ਤੇ ਧਿਆਨ ਦੇਣਾ ਚਾਹੀਦਾ। ਤਾਂ ਸਾਊਥ ਵਾਲੇ ਦੇਸ਼ ਕਹਿੰਦੇ ਹੈਗੇ ਇਕੋਨਮੀ ਨੂੰ ਅੱਗੇ ਵਧਾਉਣ ਦੀ ਗੱਲ ਕਰੀਏ। ਨਾਰਥ ਵਾਲੇ ਦੇਸ਼ ਕਹਿੰਦੇ ਹੈਗੇ ਆਪਾਂ ਇਨਵਾਇਰਮੈਂਟ ਨੂੰ ਠੀਕ ਕਰੀਏ, ਗਲੋਬਲ ਵਾਰਮਿੰਗ ਨੂੰ ਘੱਟ ਕਰੀਏ, ਓਜ਼ੋਨ ਲੇਅਰ ਨੂੰ ਡਿਪਲੀਟ ਹੋਣ ਤੋਂ ਰੋਕੀਏ। ਇਹ ਹੈ ਜੀ। ਅੱਗੇ ਵੱਧਦੇ ਹਾਂ। Northern states were concerned with the ozone depletion and global warming, whereas the southern states were worried about the economic development। ਹੁਣ ਪਹਿਲੇ ਦੱਸਿਆ ਇਹ ਪੁਆਇੰਟ, ਜਿਹੜੇ ਨਾਰਥਰਨ ਸਟੇਟਾਂ ਨੇ ਉਹ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਹੈ ਕਿ ਓਜ਼ੋਨ ਲੇਅਰ ਜਿਹੜੀ ਡਿਪਲੀਟ ਹੋ ਰਹੀ ਹੈ, ਗਲੋਬਲ ਵਾਰਮਿੰਗ ਹੋ ਰਹੀ ਹੈ। ਜਦਕਿ ਸਦਰਨ ਸਟੇਟਸ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਹੈ ਕਿ ਇਕਨੋਮਿਕ ਡਿਵੈਲਪਮੈਂਟ ਕਿੱਦਾਂ ਕਰੀਏ। ਹਾਂਜੀ, ਇਹ ਇਹਨਾਂ 'ਚ ਡਿਫਰੈਂਟ ਆ। ਅੱਗੇ ਦਾ ਰੀਓ ਸਮਿਟ ਪ੍ਰੋਡਿਊਸਡ ਕਨਵੈਨਸ਼ਨ ਡੀਲਿੰਗ ਵਿਦ ਦਾ ਕਲਾਈਮੇਟ ਚੇਂਜ, ਬਾਇਓਡਾਇਵਰਸਿਟੀ, ਫੋਰੈਸਟਰੀ, ਰਿਕਮੈਂਡਡ ਏ ਲਿਸਟ ਆਫ ਦਾ ਡਿਵੈਲਪਮੈਂਟ ਪ੍ਰੈਕਟਿਸ ਕਾਲਡ ਏਜੰਡਾ 21। ਇਹ ਬਹੁਤ ਮਹੱਤਵਪੂਰਨ ਲਾਈਨ ਹੈ ਵੀ, ਇਹਨੂੰ ਤੁਸੀਂ ਯਾਦ ਰੱਖਣਾ ਗਾ, ਇਹਨੂੰ ਬਿਲਕੁਲ ਵੀ ਨਹੀਂ ਭੁੱਲਣਾ ਹੈਗਾ। ਬਹੁਤ ਮਹੱਤਵਪੂਰਨ ਲਾਈਨ ਹੈਗੀ ਕਿ ਰੀਓ ਸਮਿਟ ਦੇ ਵਿੱਚ ਨਾ ਇੱਕ ਕਨਵੈਨਸ਼ਨ ਹੋਈ, ਪ੍ਰੋਡਿਊਸ ਕੀਤੀ ਕਨਵੈਨਸ਼ਨ, ਅਤੇ ਉਹ ਡੀਲ ਕਰੂਗੀ ਕਲਾਈਮੇਟ ਚੇਂਜ ਨਾਲ, ਬਾਇਓਡਾਇਵਰਸਿਟੀ ਨਾਲ, ਫੋਰੈਸਟਰੀ ਨਾਲ। ਅਤੇ ਉਹਨੇ ਇੱਕ ਸਿਫਾਰਿਸ਼ ਵੀ ਕੀਤੀ ਕਿ ਇੱਕ ਲਿਸਟ ਤਿਆਰ ਕੀਤੀ ਵੀ ਇਸ ਵੀ ਆਹ ਪ੍ਰੈਕਟਿਸ ਨੂੰ ਆਪਾਂ ਕਿਵੇਂ ਲੈ ਕੇ ਆਵਾਂਗੇ। ਤਾਂ ਉਹ ਜਿਹੜੀ ਲਿਸਟ ਸੀਗੀ, ਉਹਨੂੰ ਬੋਲਿਆ ਜਾਂਦਾ ਏਜੰਡਾ 21। ਇੱਥੇ ਏਜੰਡਾ 21 ਦਾ ਮਤਲਬ ਇਹ ਹੈ ਕਿ ਜਿਹੜੀ 21ਵੀਂ ਸਦੀ ਆ ਗਈ ਹੈ, ਜਿਵੇਂ 2000 ਤੋਂ ਲੈ ਕੇ 2099 ਤੱਕ ਜਿਹੜਾ ਸਮਾਂ ਹੋਊਗਾ, ਉਹਨੂੰ ਬੋਲਿਆ ਜਾਂਦਾ 21ਵੀਂ ਸਦੀ। 21ਵੀਂ ਸਦੀ ਦੇ ਵਿੱਚ ਆਪਾਂ ਨੂੰ ਕੀ ਕਰਨਾ ਪਊਗਾ ਇਨਵਾਇਰਮੈਂਟ ਨੂੰ ਠੀਕ ਕਰਨ ਵਾਸਤੇ, ਉਹਨੂੰ ਬੋਲਿਆ ਜਾਂਦਾ ਏਜੰਡਾ 21। ਉਸ ਏਜੰਡੇ ਨੂੰ, ਸਾਰੇ ਪੁਆਇੰਟਾਂ ਦੀ ਲਿਸਟ ਨੂੰ ਬੋਲਿਆ ਜਾਂਦਾ ਏਜੰਡਾ 21। ਇਹ ਯਾਦ ਰੱਖਣਾ ਬੱਚੋ, ਬਹੁਤ ਮਹੱਤਵਪੂਰਨ ਪੁਆਇੰਟ ਹੈ ਇਹ। ਹਾਂਜੀ, ਕ੍ਰਿਟਿਕਸ ਆਫ ਦਾ ਏਜੰਡਾ 21 ਇਨ ਏਜੰਡਾ 21 ਲੈਸ ਫੋਕਸ ਔਨ ਦਾ ਇਨਵਾਇਰਮੈਂਟ, ਮੋਰ ਔਨ ਦਾ ਡਿਵੈਲਪਮੈਂਟ। ਜਿਹੜੇ ਇਹਦੇ ਆਲੋਚਕ ਨੇ, ਏਜੰਡਾ 21 ਜਿਹੜੇ ਆਲੋਚਕ ਨੇ, ਉਹ ਇਹ ਕਹਿੰਦੇ ਹੈ ਕਿ ਏਜੰਡਾ 21 ਇਨਵਾਇਰਮੈਂਟ ਪ੍ਰੋਬਲਮ 'ਤੇ ਪੂਰਾ ਫੋਕਸ ਨਹੀਂ ਕਰਦਾ, ਬਲਕਿ ਡਿਵੈਲਪਮੈਂਟ ਕਿਵੇਂ ਕਰਨੀ ਹੈ ਇਹਦੇ 'ਤੇ ਫੋਕਸ ਕਰਦਾ ਗਾ। ਉਹ ਇਹ ਕਹਿ ਕੇ ਇਹਦੀ ਨਿੰਦਿਆ ਕਰਦੇ ਆ, ਇਹਦੀ ਆਲੋਚਨਾ ਕਰਦੇ ਆ। ਹਾਂਜੀ, ਅੱਗੇ ਵੱਧਦੇ ਹਾਂ ਵੀ, ਅੱਗੇ ਚੱਲਦੇ ਹੈਗੇ। ਹਾਂਜੀ, ਅਗਲਾ ਪੁਆਇੰਟ ਹੈ ਵੀ ਆਪਣਾ ਦਾ ਪ੍ਰੋਟੈਕਸ਼ਨ ਆਫ ਦਾ ਗਲੋਬਲ ਕਾਮਨਸ। ਹਾਂਜੀ, ਗਲੋਬਲ ਕਾਮਨ ਦੀ ਆਪਾਂ ਕੀ ਕਰਨੀ ਹੈ, ਸੁਰੱਖਿਆ ਕਰਨੀ ਹੈ। ਗਲੋਬਲ ਕਾਮਨ ਦੇ ਵਿੱਚ ਕੀ ਆ ਜਾਂਦਾ, ਜਿਹੜੀਆਂ ਚੀਜ਼ਾਂ ਸਭ ਦੇ ਲਈ ਸਾਂਝੀਆਂ ਨੇ, ਜਿਹੜੀਆਂ ਕਿਸੇ ਵੀ ਇੱਕ ਦੇਸ਼ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦੀਆਂ, ਉਹਨਾਂ ਨੂੰ ਆਪਾਂ ਬੋਲ ਸਕਦੇ ਹਾਂ ਗਲੋਬਲ ਕਾਮਨਸ। ਜਿਵੇਂ ਅੰਟਾਰਕਟਿਕਾ ਹੋ ਗਿਆ, ਸਭ ਦਾ ਸਾਂਝਾ ਹੈਗਾ। ਜਿਵੇਂ ਕਿ ਓਸ਼ਨ ਹੋ ਗਏ, ਸਭ ਦੇ ਸਾਂਝੇ ਹੈਗੇ। ਜਿਵੇਂ ਕਿ ਐਟਮੋਸਫੇਅਰ ਹੋ ਗਿਆ, ਸਭ ਦਾ ਸਾਂਝਾ ਹੈਗਾ। ਇਸ ਤਰ੍ਹਾਂ
ਉਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਆਪਾਂ ਉਹਦੀ ਗੱਲ ਕਰਦੇ ਹਾਂ। ਹਾਂਜੀ, ਕਾਮਨਸ ਆਰ ਦੀਜ ਰਿਸੋਰਸਿਜ ਵਿਚ ਆਰ ਯੂਜ਼ਡ ਬਾਏ ਕਮਿਊਨਿਟੀ, ਫੋਰ ਐਗਜ਼ਾਮਪਲ ਪਾਰਕ, ਰਿਵਰ। ਤਾਂ ਵੀ ਕਾਮਨਸ ਉਹ ਹੁੰਦੀਆਂ ਹੈ, ਉਹ ਸਾਰੇ ਸੋਰਸ ਹੁੰਦੇ ਆ ਜਿਹਨੂੰ ਸਾਰਾ ਸਮੁਦਾਇ ਵਰਤ ਸਕਦਾ ਹੈਗਾ, ਜਿਵੇਂ ਕਿ ਪਾਰਕ ਹੋ ਗਿਆ, ਰਿਵਰ ਹੋ ਗਿਆ। Similarly, the area or region located outside the jurisdiction of the any one state and region common governance by the international community are global commons. For example, Earth atmosphere, Antarctica, ocean floor and outer space। ਬਿਲਕੁਲ ਵੀ ਉਹੀ ਚੀਜ਼ ਦੁਬਾਰਾ ਲਿਖੀ ਹੈ ਕਿ ਉਹ ਖੇਤਰ ਜਿਹੜਾ ਕਿਸੇ ਵੀ ਦੇਸ਼ ਦੀ ਯੂਰੀਡਿਕਸ਼ਨ ਤੋਂ ਬਾਹਰ ਆਉਂਦਾ ਗਾ, ਉਹ ਖੇਤਰ ਜਿਹਦੀ ਕਾਮਨ ਗਵਰਨੈਂਸ ਹੁੰਦੀ ਹੈ ਇੰਟਰਨੈਸ਼ਨਲ ਕਮਿਊਨਿਟੀ ਦੁਆਰਾ, ਉਹਨਾਂ ਨੂੰ ਗਲੋਬਲ ਕਾਮਨਸ ਕਿਹਾ ਜਾਂਦਾ ਹੈਗਾ। ਜਿਵੇਂ ਕਿ ਅਰਥ ਐਟਮੋਸਫੇਅਰ ਹੋ ਗਿਆ, ਅੰਟਾਰਕਟਿਕਾ ਹੋ ਗਿਆ, ਓਸ਼ਨ ਫਲੋਰ ਹੋ ਗਿਆ ਅਤੇ ਆਊਟਰ ਸਪੇਸ ਹੋ ਗਈ। ਇਹ ਸਾਰੇ ਗਲੋਬਲ ਕਾਮਨ ਦੇ ਵਿੱਚ ਆਉਂਦੇ ਹੈ। ਮੈਨੀ ਐਗਰੀਮੈਂਟਸ ਹੈਵ ਡਨ ਅਮੰਗ ਮੈਨੀ ਕੰਟਰੀਜ਼ ਟੂ ਦਾ ਪ੍ਰੋਟੈਕਸ਼ਨ ਆਫ ਦਾ ਗਲੋਬਲ ਕਾਮਨਸ ਲਾਈਕ ਇਨ 1959 ਅੰਟਾਰਕਟਿਕ ਟ੍ਰੀਟੀ। ਤਾਂ ਬਹੁਤ ਸਾਰੇ ਐਗਰੀਮੈਂਟ ਹੋਏ ਆ ਵੀ, ਬਹੁਤ ਸਾਰੇ ਸਮਝੌਤੇ ਹੋਏ ਆ ਇੱਦਾਂ ਦੇ ਦੇਸ਼ਾਂ ਦੇ ਵਿਚਕਾਰ ਹੋਏ ਹੈਗੇ, ਤਾਂ ਕਿ ਗਲੋਬਲ ਕਾਮਨ ਦੀ ਸੁਰੱਖਿਆ ਕੀਤੀ ਜਾ ਸਕੇ। ਜਿਵੇਂ ਕਿ 1959 ਦੇ ਵਿੱਚ ਅੰਟਾਰਕਟਿਕ ਟ੍ਰੀਟੀ ਹੋਈ, ਜਿਵੇਂ 1987 'ਚ ਮੌਂਟਰੀਅਲ ਪ੍ਰੋਟੋਕਾਲ ਹੋਇਆ, ਜਿਵੇਂ ਮੌਂਟਰੀਅਲ ਪ੍ਰੋਟੋਕਾਲ ਬਾਰੇ ਤੁਹਾਨੂੰ ਦੱਸਿਆ ਸੀਗਾ ਮੈਂ, ਉਹ ਸਾਰਾ ਹੈਗਾ। ਐਂਡ 1991 ਦੇ ਵਿੱਚ ਅੰਟਾਰਕਟਿਕ ਇਨਵਾਇਰਮੈਂਟ ਪ੍ਰੋਟੋਕਾਲ ਹੋਇਆ। ਹਾਂਜੀ, ਅਤੇ ਇਹ ਕੀ ਹੈ, ਗਲੋਬਲ ਕਾਮਨ ਨੂੰ ਬਚਾਉਣ ਵਾਸਤੇ ਕੁਝ ਸਮਝੌਤੇ ਹੋਏ ਆ ਸਮੇਂ ਸਮੇਂ 'ਤੇ। ਅੱਗੇ ਵੀ ਹਿਸਟਰੀ ਆਫ ਦਾ ਆਊਟਰ ਸਪੇਸ ਐਜ ਏ ਗਲੋਬਲ ਕਾਮਨ ਸ਼ੋਜ਼ ਦੈਟ ਦਾ ਮੈਨੇਜਮੈਂਟ ਆਫ ਦੀਜ ਏਰੀਆਜ਼ ਇਜ਼ ਅਫੈਕਟਡ ਬਾਈ ਦਾ ਨੌਰਥ ਸਾਊਥ ਇਨਇਕੁਐਲਿਟੀ। ਤਾਂ ਜਿਹੜੀ ਆਊਟਰ ਸਪੇਸ ਦੀ ਆਪਾਂ ਹਿਸਟਰੀ ਦੇਖਦੇ ਹਾਂ, ਇਤਿਹਾਸ ਦੇਖਦੇ ਹਾਂ, ਜਿਹ 'ਚ ਗਲੋਬਲ ਕਾਮਨ, ਜਿਹਨੂੰ ਆਊਟਰ ਸਪੇਸ ਨੂੰ ਆਪਾਂ ਗਲੋਬਲ ਕਾਮਨ ਕਹਿ ਸਕਦੇ ਹਾਂ, ਜਿਹਦਾ ਜੇ ਇਤਿਹਾਸ ਦੇਖਦੇ ਹਾਂ ਤਾਂ ਇਹਦੇ ਪ੍ਰਬੰਧ ਦੇ ਵਿੱਚ ਆਪਾਂ ਨੂੰ ਇਹ ਨਜ਼ਰ ਆਉਂਦਾ ਗਾ ਕਿ ਨੌਰਥ ਸਾਊਥ ਦੇ ਵਿੱਚ ਕਿੰਨੀ ਜ਼ਿਆਦਾ ਇਨਇਕੁਐਲਿਟੀ ਹੈ। ਨੌਰਥ ਸਾਊਥ ਦੇ ਵਿਚਾਰਾਂ ਦੇ ਵਿੱਚ ਕਿੰਨੀ ਜ਼ਿਆਦਾ ਵੱਖਰਤਾ ਹੈਗੀ, ਕਿੰਨਾ ਡਿਫਰੈਂਸ ਪਿਆ ਹਜੇ, ਇਹ ਆਪਾਂ ਨੂੰ ਨਜ਼ਰ ਆਉਂਦਾ ਗਾ। ਹਾਂਜੀ, ਅੱਗੇ ਵਧਦੇ ਹਾਂ ਵੀ। ਅਗਲਾ ਟੌਪਿਕ ਹੈਗਾ ਕਾਮਨਸ ਬਟ ਡਿਫਰੈਂਸ਼ੀਏਟਡ ਰਿਸਪੋਂਸੀਬਿਲਿਟੀ। ਸਾਰੀਆਂ ਸਮੱਸਿਆਵਾਂ ਦੀ ਜੜ ਹੈ ਵੀ ਇਹ ਪੁਆਇੰਟ ਆ। ਗੱਲਾਂ ਸਾਰੀਆਂ ਇੱਥੇ ਅਟਕੀਆਂ ਖੜੀਆਂ ਨਹੀਂ, ਆਪਣਾ ਇਨਵਾਇਰਮੈਂਟ ਹੁਣ ਠੀਕ ਹੋ ਜਾਂਦਾ। ਕੁਝ ਦੇਸ਼ ਇਹ ਕਹਿੰਦੇ ਹੈ, ਵਿਕਾਸਸ਼ੀਲ ਦੇਸ਼ ਇਹ ਕਹਿੰਦੇ ਹੈ ਕਿ ਇਨਵਾਇਰਮੈਂਟ ਨੂੰ ਖਰਾਬ ਕਰਨ ਦੇ ਵਿੱਚ ਵਿਕਸਿਤ ਦੇਸ਼ਾਂ ਦਾ ਹੱਥ ਹੈ। ਉਹ ਕਹਿੰਦੇ ਵੀ ਇਹਨਾਂ 'ਚ ਪਹਿਲਾਂ ਇੰਡਸਟਰੀ ਆਈ, ਜਦੋਂ ਇੰਡਸਟਰੀ ਆਈ ਤਾਂ ਵੱਡੀ ਪੱਧਰ 'ਤੇ ਇਹਨਾਂ ਨੇ ਕੀ ਕੀਤਾ, ਗ੍ਰੀਨ ਹਾਊਸ ਗੈਸਾਂ ਦਾ ਐਮਿਸ਼ਨ ਕੀਤਾ। ਇੰਨੀ ਵੱਡੀ ਪੱਧਰ 'ਤੇ ਗੈਸਾਂ ਦਾ ਐਮਿਸ਼ਨ ਕੀਤਾ ਕਿ ਇਨਵਾਇਰਮੈਂਟ ਖਰਾਬ ਹੋ ਗਿਆ, ਓਜ਼ੋਨ ਲੇਅਰ ਟੁੱਟਣ ਲੱਗ ਗਈ, ਗਲੋਬਲ ਵਾਰਮਿੰਗ ਵੱਧ ਗਈ, ਜਿਹੜਾ ਕੋਸਟਲ ਪੋਲਿਊਸ਼ਨ ਇਨਕਰੀਜ਼ ਹੋ ਗਿਆ, ਏਅਰ ਪਲਿਊਟ ਹੋ ਗਈ, ਵਾਟਰ ਪਲਿਊਟ ਹੋ ਗਿਆ, ਨੋਇਜ਼ ਪਲਿਊਟ ਹੋ ਗਈ। ਇਹ ਕਹਿੰਦੇ ਆ, ਇਹ ਕੌਣ ਕਹਿੰਦੇ ਆ? ਇਹ ਕਹਿੰਦੇ ਹੈਗੇ ਵਿਕਾਸਸ਼ੀਲ ਦੇਸ਼। ਕਿਹਨੂੰ ਕਹਿੰਦੇ ਆ? ਵਿਕਸਿਤ ਦੇਸ਼ਾਂ ਨੂੰ, ਵੀ ਤੁਸੀਂ ਇਹ ਸਾਰਾ ਕੁਛ ਕਰਿਆ ਹੈਗਾ। ਹੁਣ ਜਦੋਂ ਸਾਡੀ ਵਾਰੀ ਆ ਗਈ ਤਾਂ ਤੁਸੀਂ ਕਹਿੰਦੇ ਹੋ ਤੁਸੀਂ ਇਨਵਾਇਰਮੈਂਟ ਨੂੰ ਡੀਗਰੇਡ ਕਰ ਰਹੇ ਹੋਗੇ, ਅਤੇ ਜ਼ਿੰਮੇਵਾਰੀ ਪਾਉਂਦੇ ਹੈ ਕਿ ਵੈਸੇ ਤਾਂ ਇਨਵਾਇਰਮੈਂਟ ਖਰਾਬ ਹੋ ਗਿਆ, ਸਭ ਦੀ ਜ਼ਿੰਮੇਵਾਰੀ ਬਣਦੀ ਉਹਨੂੰ ਠੀਕ ਕਰਨਾ, ਸਭ ਨੇ ਹੀ ਖਰਾਬ ਕਰਿਆ ਗਾ, ਕਹਿਣ ਨੂੰ ਤਾਂ ਇਹ ਬਣਦੀ ਹੈ ਗੱਲ। ਪਰ ਵਿਕਾਸਸ਼ੀਲ ਦੇਸ਼ ਵਿਕਸਿਤ ਦੇਸ਼ਾਂ ਨੂੰ ਕਹਿੰਦੇ ਹੈ ਕਿ ਇਹ ਪਹਿਲਾਂ ਤੁਸੀਂ ਖਰਾਬ ਕੀਤਾ ਗਾ, ਹੁਣ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਇਹਨੂੰ ਠੀਕ ਕਰਨਾ। ਇਹ ਅਸੀਂ ਖਰਾਬ ਨਹੀਂ ਕਰਿਆ, ਅਸੀਂ ਤਾਂ ਹੁਣ ਇੰਡਸਟਰੀਲਾਈਜ਼ ਹੋਏ ਹੈਗੇ, ਹੁਣ ਸਾਡੀਆਂ ਇੰਡਸਟਰੀਆਂ ਬਣ ਗਈਆਂ, ਹੁਣ ਅਸੀਂ ਆਪਦੇ ਪੈਰਾਂ 'ਤੇ ਖੜ੍ਹੇ ਹੋਏ ਹਾਂ, ਹੁਣ ਹੀ ਅਸੀਂ ਆਜ਼ਾਦ ਹੋਏ ਹਾਂ, ਤਾਂ ਇਹ ਅਸੀਂ ਖਰਾਬ ਨਹੀਂ ਕਰਿਆ, ਜਿਹਨੇ ਖਰਾਬ ਕਰਿਆ ਉਹੀ ਇਹਨੂੰ ਠੀਕ ਕਰੇ। ਅਤੇ ਇਹੀ ਇਹ ਪੁਆਇੰਟ ਹੈਗਾ ਵੀ ਕਾਮਨਸ ਹੈ ਬਟ ਡਿਫਰੈਂਸ਼ੀਏਟ ਰਿਸਪੋਂਸੀਬਿਲਿਟੀ। ਵੀ ਹੈ ਤਾਂ ਸਾਂਝੀਆਂ ਨੇ ਗੱਲਾਂ, ਪਰ ਜ਼ਿੰਮੇਵਾਰੀ ਲੈਣ ਨੂੰ ਕੋਈ ਵੀ ਤਿਆਰ ਨਹੀਂ ਹੈਗਾ। ਅਤੇ ਇਨਵਾਇਰਮੈਂਟ ਦੇ ਕੰਸਰਨ ਇੱਥੇ ਹੀ ਖੜ੍ਹੇ ਆ ਸਾਰੇ। ਪੜ੍ਹਦੇ ਹਾਂ ਵੀ ਇਹੀ ਚੀਜ਼ਾਂ ਆਉਣਗੀਆਂ ਜਿਹੜੀਆਂ ਤੁਹਾਨੂੰ ਬੋਲਤੀਆਂ ਮੈਂ। ਚਲੋ ਦੇਖਦੇ ਹਾਂ। ਦਾ ਅਪਰੋਚ ਟੂ ਇਨਵਾਇਰਮੈਂਟ ਇਜ਼ ਡਿਫਰੈਂਟ ਬਿਟਵੀਨ ਦਾ ਕੰਟਰੀ ਆਫ ਦਾ ਨੌਰਥ ਐਂਡ ਸਾਊਥ। ਵੀ ਜਿਹੜੀ ਇਹ ਇਨਵਾਇਰਮੈਂਟ ਨੂੰ ਲੈ ਕੇ ਅਪਰੋਚ ਆ ਨਾ, ਇਹ ਨੌਰਥ ਅਤੇ ਸਾਊਥ ਦੇ ਵਿੱਚ ਵੱਖਰੀ ਹੈਗੀ। ਇਨਵਾਇਰਮੈਂਟ ਕੰਸਰਨ ਨੂੰ ਕਿਵੇਂ ਸੋਚਦੇ ਆ, ਕਿਵੇਂ ਲੈਂਦੇ ਆ, ਹੱਲ ਕਰਨ ਦੀ ਗੱਲ ਕਿਵੇਂ ਕਰਦੇ ਆ, ਇਹ ਨੌਰਥ ਅਤੇ ਸਾਊਥ ਕੰਟਰੀ ਦੇ ਵਿਚਕਾਰ ਵੱਖਰੀ ਹੈ। ਨੌਰਥ ਦਾ ਮਤਲਬ ਹੈਗਾ ਵਿਕਸਿਤ ਦੇਸ਼ ਅਤੇ ਸਾਊਥ ਦਾ ਮਤਲਬ ਹੈਗਾ ਗਾ ਵਿਕਾਸਸ਼ੀਲ ਦੇਸ਼। ਹਾਂਜੀ, ਚੱਲਦੇ ਹਾਂ ਵੀ ਅੱਗੇ। ਅਗਲਾ ਪੁਆਇੰਟ ਹੈਗਾ the developed country of the north want to discuss the environmental issue as it stands now and want everyone to be equally responsible for the ecological conservation। ਜਿਹੜੇ ਵਿਕਸਿਤ ਦੇਸ਼ ਹੈ ਉਹ ਐਂ ਕਹਿੰਦੇ ਹੈ, ਜਿਹੜੇ ਕਿ ਨੌਰਥ ਵਾਲੀ ਹੈਗੇ, ਜਿਹੜੇ ਉਹ ਐਂ ਕਹਿੰਦੇ ਹੈ ਕਿ ਆਪਾਂ ਨੂੰ ਇਨਵਾਇਰਮੈਂਟ ਇਸ਼ੂ 'ਤੇ ਡਿਸਕਸ ਕਰਨੀ ਚਾਹੀਦੀ ਹੈ, ਕਿਉਂਕਿ ਆਪਾਂ ਨੂੰ ਇਹ ਸਭ ਦੀ ਸਮੱਸਿਆ ਇਸ ਕਰਕੇ ਸਾਰਿਆਂ ਨੂੰ ਇਹਦੇ ਇਕੁਅਲੀ ਰਿਸਪੋਂਸੀਬਲ ਹੋਣਾ ਚਾਹੀਦਾ ਗਾ। ਅਤੇ ਇਕੋਲੋਜੀਕਲ ਨੂੰ ਜਾਂ ਮਤਲਬ ਕਿ ਇਨਵਾਇਰਮੈਂਟ ਨੂੰ ਠੀਕ ਕਰਨ ਵਾਸਤੇ, ਇਕੋਲੋਜੀਕਲੀ ਕੰਜ਼ਰਵੇਟ ਕਰਨ ਵਾਸਤੇ ਆਪਾਂ ਨੂੰ ਬਰਾਬਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਸਾਰਿਆਂ ਨੂੰ, ਅਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਉਹ ਇਹ ਕਹਿੰਦੇ ਆ। ਅੱਗੇ the developing country of the south feel that much of the environmental degradation in the world is due to the industrial development by the developed countries। ਜਿਹੜੇ ਡਿਵੈਲਪਿੰਗ ਕੰਟਰੀਜ਼ ਆ, ਜਿਹੜਾ ਗਲੋਬਲ ਸਾਊਥ ਵਾਲੇ ਆ, ਉਹ ਇਹ ਕਹਿੰਦੇ ਹੈ ਕਿ ਸਾਊਥ ਇਹ ਫੀਲ ਕਰਦਾ ਗਾ ਕਿ ਇਨਵਾਇਰਮੈਂਟ ਨੂੰ ਡੀਗਰੇਡ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਕਿਹਨਾਂ ਦਾ ਹੈ?
ਇੰਡਸਟਰੀਅਲ ਡਿਵੈਲਪਮੈਂਟ ਕਰਕੇ ਹੋਇਆ ਹੈਗਾ ਵੀ ਜਿਹੜਾ ਦੁਨੀਆ ਦੇ ਵਿੱਚ ਇੰਡਸਟਰੀ ਡਿਵੈਲਪਮੈਂਟ ਹੋਈ, ਉਹ ਕਿੱਥੇ ਹੋਈ? ਡਿਵੈਲਪ ਕੰਟਰੀਆਂ ਦੇ ਵਿੱਚ। ਅਤੇ ਡਿਵੈਲਪ ਕੰਟਰੀਆਂ ਨੇ ਹੀ ਇਨਵਾਇਰਮੈਂਟ ਨੂੰ ਕੀ ਕਿਹਾ, ਵੱਡੀ ਪੱਧਰ 'ਤੇ ਡੀਗਰੇਡ ਕਰਿਆ ਹੈਗਾ। ਇਸ ਕਰਕੇ ਖਰਾਬ ਉਹਨਾਂ ਨੇ ਕਰਿਆ ਹੈਗਾ। ਇਹ ਕਹਿੰਦੇ ਹੈਗੇ ਡਿਵੈਲਪਿੰਗ ਕੰਟਰੀਜ਼। ਅੱਗੇ, ਇਫ ਦੇ ਹੈਵ ਕਾਜ਼ਡ ਮੋਰ ਡੀਗਰੇਡੇਸ਼ਨ ਦੇ ਮਸਟ ਆਲਸੋ ਟੇਕ ਮੋਰ ਰਿਸਪੋਂਸੀਬਿਲਿਟੀ ਫਾਰ ਰੀਕਨਸਟਰਕਟ ਦਾ ਡੈਮੇਜ ਨਾਓ। ਹਾਂਜੀ, ਇਹ ਵੀ ਕਹਿੰਦੇ ਨਾਲ, ਕਹਿੰਦੇ ਜੇ ਤੁਸੀਂ ਖਰਾਬ ਕੀਤਾ ਗਾ ਜ਼ਿਆਦਾ ਤਾਂ ਤੁਹਾਡੀ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਤੁਹਾਡੀ ਜ਼ਿਆਦਾ ਬਣਦੀ ਹੈ, ਤਾਂ ਜ਼ਿੰਮੇਵਾਰੀ ਵੀ ਤੁਹਾਡੀ ਜ਼ਿਆਦਾ ਹੈ। ਇਹ ਕਹਿੰਦੇ ਹੈਗੇ। ਇਹ ਕੌਣ ਕਹਿੰਦੇ ਹੈਗੇ? ਇਹ ਵਿਕਾਸੀ ਦੇਸ਼ ਕਹਿੰਦੇ ਹੈਗੇ। ਹਾਂਜੀ, loss of the environment is loss for all countries and this is world problem, so it is called common but differentiated responsibility। ਤਾਂ ਇਨਵਾਇਰਮੈਂਟ ਨੂੰ ਲੋਸ ਹੋਣਾ ਸਾਰੇ ਦੇਸ਼ਾਂ ਦਾ ਲੋਸ ਹੈਗਾ, ਤਾਂ ਇਹ ਵਰਲਡ ਪ੍ਰੋਬਲਮ ਹੈ। ਪਰ ਆਪਾਂ ਜਿਹੜੀਆਂ ਗੱਲਾਂ ਪਹਿਲਾਂ ਸਮਝ ਕੇ ਆਏ ਹਾਂ, ਉੱਪਰ ਪੜ੍ਹ ਕੇ ਆਏ ਹਾਂ, ਉਹ ਤੋਂ ਦੇਖ ਕੇ ਐਂ ਲੱਗਦਾ ਗਾ ਕਿ ਇਹ ਹੈ ਤਾਂ ਕਾਮਨ ਹੈ, ਪਰ ਇਹਦੀ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ। ਡਿਫਰੈਂਸ਼ੀਏਟ ਰਿਸਪੋਂਸੀਬਿਲਿਟੀ ਹੈ, ਕਾਮਨਸ ਬਟ ਡਿਫਰੈਂਸ਼ੀਏਟਰ ਰਿਸਪੋਂਸੀਬਿਲਿਟੀ। ਹਾਂਜੀ, ਦੇਖੋ ਕਿੰਨੇ ਸੋਹਣੇ ਪੁਆਇੰਟ ਲਿਖੇ ਹੋਏ ਹੈਗੇ। ਸਾਰੀ ਸਮੱਸਿਆ ਦੀ ਜੜ ਇਹ ਹੈਗੀ। ਇਹ ਪੁਆਇੰਟ ਸਭ ਤੋਂ ਵੱਧ ਮਹੱਤਵਪੂਰਨ ਬਣ ਗਿਆ ਆਪਣੇ ਅਕੋਰਡਿੰਗ। ਹਾਂਜੀ, ਦਿਸ ਆਰਗੂਮੈਂਟ ਵਾਜ ਅਸੈਪਟਡ ਇਨ ਰੀਓ ਡਿਕਲੇਰੇਸ਼ਨ ਐਟ ਦਾ ਅਰਥ ਸਮਿਟ 1992। ਇਹ ਜਿਹੜਾ ਆਰਗੂਮੈਂਟ ਦੀ ਇਹ ਦਲੀਲ ਸੀਗੀ, ਇਹ ਅਸੈਪਟ ਵੀ ਕੀਤੀ ਗਈ ਸੀ। ਹਾਂ ਵੀ ਇਹ ਸਮੱਸਿਆ ਹੈ, ਇਹਨੂੰ ਆਪਾਂ ਨੂੰ ਹੱਲ ਕਰਨ ਦੀ ਲੋੜ ਹੈਗੀ। ਇਹ ਜਿਹੜਾ ਅਰਥ ਸਮਿਟ ਹੋਇਆ ਸੀ 1992 'ਚ, ਉੱਥੇ ਇਹ ਅਸੈਪਟ ਕੀਤਾ ਗਿਆ ਦਲੀਲ ਨੂੰ, ਆਰਗੂਮੈਂਟ। In 1992, UNFCCC also provided that the party should protect the climate system that has been increased greenhouse gases from the developed countries। ਤਾਂ 1992 ਦੇ ਵਿੱਚ UN, ਇਹਦੀ ਫੁੱਲ ਫਾਰਮ ਹੈ ਯੂਨਾਈਟਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ। ਕਹਿੰਦੇ ਇੱਕ COP ਕਰਵਾਇਆ ਕਰੂਗਾ, COP ਪ੍ਰੋਵਾਈਡ ਕਰਵਾਊਗਾ, ਜਿੱਥੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਇਆ ਕਰਨਗੀਆਂ। ਕਲਾਈਮੇਟ ਚੇਂਜ ਕਿਵੇਂ ਹੋਇਆ ਗਾ, ਅਤੇ ਆਪਾਂ ਗ੍ਰੀਨ ਹਾਊਸ ਗੈਸ ਜਿਹੜੀਆਂ ਇਨਕਰੀਜ਼ ਹੋ ਰਹੀਆਂ ਡਿਵੈਲਪਡ ਕੰਟਰੀਜ਼ ਦਾ, ਤਾਂ ਉਹ ਕਿਵੇਂ ਆਪਾਂ ਠੀਕ ਕਰਨਾ, ਉਹਨੂੰ ਪ੍ਰੋਟੈਕਟ ਕਿਵੇਂ ਕਰਨਾ, ਇਹਦੀਆਂ ਸਾਰੀਆਂ ਗੱਲਾਂ ਕਰ ਲਿਆ ਕਰਾਂਗੇ। ਇਹ COP ਪ੍ਰੋਵਾਈਡ ਕਰਾਊਗਾ ਕੌਣ? ਕਾਨਫਰੰਸ ਆਫ ਪਾਰਟੀ UNFCCC ਪ੍ਰੋਵਾਈਡ ਕਰਾਊਗਾ। ਹਾਂਜੀ, ਇਨ 1997 ਇਨ ਕਿਓਟੋ ਇਨ ਜਾਪਾਨ ਐਂਡ ਇੰਟਰਨੈਸ਼ਨਲ, ਅੱਗੇ ਚੱਲਦੇ ਹਾਂ ਜੀ। ਹਾਂਜੀ, ਐਗਰੀਮੈਂਟ ਨੋਨ ਕਿਓਟੋ ਪ੍ਰੋਟੋਕਾਲ ਸੈੱਟ ਟਾਰਗੇਟਸ ਫਾਰ ਇੰਡਸਟਰੀਲਾਈਜ਼ਡ ਕੰਟਰੀ ਟੂ ਕੱਟ ਦੇਅਰ ਗ੍ਰੀਨ ਹਾਊਸ ਗੈਸ ਐਮਿਸ਼ਨ ਵਿੱਚ ਸਪੋਰਟ ਫਾਰ ਰਿਡਿਊਸ ਦਾ ਗਲੋਬਲ ਵਾਰਮਿੰਗ। ਦੇਖੋ ਵੀ ਕਿਓਟੋ ਇੱਕ ਜਾਪਾਨ ਦਾ ਸ਼ਹਿਰ ਹੈਗਾ। 1997 ਦੇ ਵਿੱਚ ਜਿਹੜੀ COP ਉਹ ਕਿਓਟੋ ਦੇ ਵਿੱਚ ਹੋਈ ਸੀ, UNFCCC ਦੀ। ਤਾਂ ਉੱਥੇ ਇੱਕ ਐਗਰੀਮੈਂਟ ਸਾਈਨ ਹੋ ਗਿਆ, ਉਹਨੂੰ ਕਿਹਾ ਜਾਂਦਾ ਕਿਓਟੋ ਪ੍ਰੋਟੋਕਾਲ। ਕਿਓਟੋ ਪ੍ਰੋਟੋਕਾਲ ਬਹੁਤ ਮਹੱਤਵਪੂਰਨ ਹੈਗਾ। ਜਿਸ ਨੂੰ ਐਂ ਸਵਾਲ ਆ ਵੀ ਕਿਓਟੋ ਪ੍ਰੋਟੋਕਾਲ ਕਾਹਦੇ ਨਾਲ ਰਿਲੇਟਡ ਹੈ, ਤੁਸੀਂ ਕਹੋਗੇ ਕਲਾਈਮੇਟ ਚੇਂਜ ਨਾਲ ਰਿਲੇਟਡ ਹੈਗਾ। ਇਹ ਗੱਲ ਕਹੋਗੇ ਗ੍ਰੀਨ ਹਾਊਸ ਗੈਸ ਐਮਿਸ਼ਨ ਨੂੰ ਘੱਟ ਕਰਨਾ ਹੈਗਾ ਇਹਨੇ। ਤਾਂ ਗ੍ਰੀਨ ਹਾਊਸ ਗੈਸ ਐਮਿਸ਼ਨ ਨੂੰ ਘੱਟ ਕਿਵੇਂ ਕਰਨਾ, ਇਹਦੇ ਵਿੱਚ ਕਈ ਟਾਰਗੇਟ ਸੈੱਟ ਕੀਤੇ ਗਏ ਸੀ ਕਿਓਟੋ ਪ੍ਰੋਟੋਕਾਲ ਦੇ ਵਿੱਚ। ਮੈਂ ਤੁਹਾਨੂੰ ਥੋੜ੍ਹੀ ਸਮਝਾਉਣ ਦੀ ਕੋਸ਼ਿਸ਼ ਕਰਨਾ, ਤੁਸੀਂ ਸਮਝਣਾ ਇਹਨੂੰ। ਦੇਖੋ ਵੀ ਜਿਹੜਾ ਕਿਓਟੋ ਪ੍ਰੋਟੋਕਾਲ ਇਹ ਕਦੋਂ ਆਇਆ? ਇਹ ਆਇਆ 1997 'ਚ ਆਇਆ। ਇਹਦੇ ਵਿੱਚ ਕੀ ਕਿਹਾ ਗਿਆ? ਇਹਦੇ ਵਿੱਚ ਇਹ ਕਿਹਾ ਗਿਆ ਕਿ ਗ੍ਰੀਨ ਹਾਊਸ ਗੈਸ ਨੂੰ ਐਮਿਸ਼ਨ ਨੂੰ ਘੱਟ ਕਰਨ ਵਾਸਤੇ ਹਰੇਕ ਦੇਸ਼ ਨੂੰ ਟਾਰਗੇਟ ਦਿੱਤੇ ਜਾਣਗੇ, ਅਤੇ ਜੇ ਉਹ ਦੇਸ਼ ਨਿਸ਼ਚਿਤ ਟਾਰਗੇਟਾਂ ਤੋਂ ਜ਼ਿਆਦਾ ਐਮਿਟ ਕਰਦਾ ਗਾ, ਜ਼ਿਆਦਾ ਐਮਿਸ਼ਨ ਕਰਦਾ ਗਾ, ਤਾਂ ਉਹ ਜਿਹੜੇ ਨੇ ਘੱਟ ਕੀਤੇ ਹੈ ਉਹਨੂੰ ਪੈਸੇ ਦੇਣੇ ਪੈਣਗੇ। ਮੈਂ ਸਮਝਾਉਣਾ, ਇੱਕ ਐਗਜ਼ਾਮਪਲ ਲੈਂਦੇ ਆਪਾਂ। ਮੰਨ ਲਓ ਇੱਕ ਦੇਸ਼ ਦੀ ਗੱਲ, ਅੰਦਰ ਹੀ ਦੇਸ਼ ਦੀ ਇੱਕ ਗੱਲ ਕਰਦੇ ਹਾਂ। ਜਿਵੇਂ ਮੰਨ ਲਓ ਇੱਕ ਦੇਸ਼ ਦੇ ਅੰਦਰ ਦੋ ਕੰਪਨੀਆਂ ਨੇ, ਇੱਕ A ਕੰਪਨੀ ਹੈ, ਇੱਕ B ਕੰਪਨੀ ਆ। ਉਹਨਾਂ ਨੂੰ ਦੋ ਟਾਰਗੇਟ ਦੇਤੇ, ਦੋਨਾਂ ਨੂੰ ਟਾਰਗੇਟ ਸੈੱਟ ਕਰਤੇ ਵੀ ਤੁਸੀਂ 100 ਐਮਿਸ਼ਨ ਕਰਨੇ ਆ, ਤੁਸੀਂ ਵੀ 100 ਐਮਿਸ਼ਨ ਕਰਨੇ ਆ। ਜੇ ਤੁਸੀਂ 100 ਤੋਂ ਵੱਧ ਐਮਿਸ਼ਨ ਕਰੋਗੇ ਤਾਂ ਤੁਹਾਨੂੰ ਇੱਕ ਥੋੜ੍ਹਾ ਜਿਹਾ ਫਾਈਨ ਲਾਇਆ ਜਾਊਗਾ। ਹੁਣ ਦੇਖਦੇ ਹਾਂ ਆਪਾਂ ਕਿਵੇਂ। ਮੰਨ ਲਓ A ਕੰਪਨੀ ਨੇ ਐਮਿਸ਼ਨ ਕਰਤੇ 150, ਉਹਨੂੰ ਟਾਰਗੇਟ ਮਿਲਿਆ ਸੀ 100 ਦਾ ਸਿਰਫ। ਦੂਜੀ ਜਿਹੜੀ B ਕੰਪਨੀ ਸੀ, ਉਹਨੇ ਐਮਿਸ਼ਨ ਕੀਤੇ 50। ਹੁਣ ਜਿਹੜੀ ਕੰਪਨੀ ਨੇ 50 ਹੀ ਐਮਿਸ਼ਨ ਕਰੇ ਹੈ, ਤਾਂ ਉਹਨੇ ਵਧੀਆ ਟੈਕਨੋਲੋਜੀ ਯੂਜ਼ ਕਰੀ ਹੋਊਗੀ, ਉਹਨੇ ਇਨਵਾਇਰਮੈਂਟ ਨੂੰ ਧਿਆਨ ਵਿੱਚ ਰੱਖਿਆ ਹੋਊਗਾ ਵੀ ਆਪਾਂ ਐਮਿਸ਼ਨ ਨਹੀਂ ਹੋਣ ਦੇਣੇ, ਉਹਨੇ ਵਧੀਆ ਸਕਿੱਲ ਲਾਏ ਹੋਣਗੇ, ਇਨਵਾਇਰਮੈਂਟ 'ਤੇ ਧਿਆਨ ਜ਼ਿਆਦਾ ਦਿੱਤਾ ਹੋਊਗਾ, ਤਾਂ ਜ਼ਿਆਦਾ ਦੇਖ ਰੇਖ ਕੀਤੀ ਹੋਊਗੀ, ਹਰੇਕ ਚੀਜ਼ ਨੂੰ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਊਗਾ, ਤਾਂ ਹੀ ਤਾਂ ਉਹਨੇ ਆਪਦੇ ਜਿਹੜੇ ਐਮਿਸ਼ਨ ਆ ਉਹ ਘੱਟ ਕੀਤੇ ਹੋਣਗੇ। ਦੂਜੇ ਪਾਸੇ ਜਿਹੜੀ ਕੰਪਨੀ ਨੇ ਐਮਿਸ਼ਨ ਜ਼ਿਆਦਾ ਕਰਤੇ, 100 ਤੋਂ ਵੱਧ ਕਰਤੇ, 150 ਕਰਤੇ, ਤਾਂ ਉਹਨੇ ਬਿਲਕੁਲ ਵੀ ਇਨਵਾਇਰਮੈਂਟ ਨੂੰ ਧਿਆਨ ਵਿੱਚ ਨਹੀਂ ਰੱਖਿਆ ਹੋਣਾ। ਉਹਨਾਂ ਦੇ ਜਿਹੜੇ ਕਰਮਚਾਰੀ ਆ ਉਹਨਾਂ ਨੇ ਬਿਲਕੁਲ ਵੀ ਇਸ ਗੱਲ ਦਾ ਧਿਆਨ ਨਹੀਂ ਰੱਖਣਾ, ਉਹਨਾਂ ਨੇ ਕਿਸੇ ਵੀ ਟੈਕਨੋਲੋਜੀ ਦਾ ਸਹਾਰਾ ਨਹੀਂ ਲਿਆ ਹੋਣਾ। ਠੀਕ ਆ ਨਾ? ਤਾਂ ਇਸ ਕਰਕੇ ਜਿਹੜੀ ਕੰਪਨੀ ਨੇ ਵੱਧ ਐਮਿਸ਼ਨ ਕਰਤੇ, ਉਹ ਇੱਕ ਪੈਸਾ ਦੇਊਗੀ। ਕਿਹਨੂੰ ਦੇਊਗੀ ਪੈਸਾ? ਉਹ ਐਮਿਸ਼ਨ ਵੱਧ ਕਰਨ ਦਾ ਹਰਜਾਨਾ ਭਰੂਗੀ। ਹਰਜਾਨਾ ਕਿਹਨੂੰ ਭਰੂਗੀ? ਜਿਹਨੇ ਘੱਟ ਕੀਤੇ ਆ ਉਹਨੂੰ, ਕਿਉਂਕਿ ਜਿਹਨੇ ਘੱਟ ਕਰੇ ਆ ਉਹਨੂੰ ਇਨਾਮ ਵੀ ਤਾਂ ਮਿਲਣਾ ਚਾਹੀਦਾ ਨਾ। ਤਾਂ ਉਹ ਆਪਦੇ ਐਮਿਸ਼ਨ ਦੀ ਟਰੇਡਿੰਗ ਕਰ ਲੂਗੀ, ਤਾਂ ਉਹ ਐਮਿਸ਼ਨ ਖਰੀਦਣ ਦੇ ਬਦਲੇ ਵੀ ਪੈਸੇ ਲਊਗੀ।
ਜਿਹੜੇ 50 ਮਿਸ਼ਨ ਉਹਨੇ ਜ਼ਿਆਦਾ ਕਰੇ ਆ ਨਾ ਬੀ ਕੰਪਨੀ ਨੇ, ਏ ਕੰਪਨੀ ਨੇ, ਤਾਂ ਉਹ 50 ਉਹਨੂੰ ਦੇਊਗੀ ਜਿਹੜੇ ਨੇ ਘੱਟ ਕਰੇ, ਅਤੇ ਨਾਲ ਪੈਸੇ ਵੀ ਦੇਊਗੀ, ਤਾਂ ਕਿ ਉਹਦੇ ਤੋਂ ਉਹ ਟੈਕਨੋਲੋਜੀ ਖਰੀਦ ਸਕੇ ਅਤੇ ਉਹਦੇ ਤੋਂ ਉਹ ਸਿੱਖਿਆ ਲੈ ਸਕੇ ਵੀ ਹਾਂ ਕਿ ਆਪਾਂ ਮਿਸ਼ਨ ਨੂੰ ਘੱਟ ਕਿਵੇਂ ਕਰਨਾ ਗਾ ਅੱਗੇ ਤੋਂ। ਠੀਕ ਹੈ ਵੀ, ਤਾਂ ਇਹ ਦੇਸ਼ ਇੱਕ ਦੂਜੇ ਨਾਲ ਟਰੇਡਿੰਗ ਕਰ ਲੈਣਗੇ ਅਤੇ ਇਹਦੇ ਨਾਲ ਐਮਿਸ਼ਨ ਕੀ ਹੈਗੇ ਘੱਟ ਹੋਣਗੇ। ਇਹ ਸੀਗਾ ਕਿਓਟੋ ਪ੍ਰੋਟੋਕੋਲ ਬਹੁਤ ਮਹੱਤਵਪੂਰਨ ਪ੍ਰੋਟੋਕੋਲ ਸੀਗਾ, ਪਰ ਕਿਓਟੋ ਪ੍ਰੋਟੋਕੋਲ ਨੂੰ ਸਾਰੀ ਦੁਨੀਆ ਨੇ ਜੁਆਇਨ ਨਹੀਂ ਕੀਤਾ। ਇੰਡੀਆ ਨੇ ਇਹਨੂੰ 2002 ਦੇ ਵਿੱਚ ਜੁਆਇਨ ਕੀਤਾ ਸੀਗਾ, ਅਤੇ ਇਹ ਮੈਨੂੰ ਲੱਗਦਾ ਇਹ ਜਿਹੜਾ ਕਿਓਟੋ ਪ੍ਰੋਟੋਕੋਲ ਹੈ ਇਹ ਇੰਪਲੀਮੈਂਟ ਵੀ ਹੋ ਗਿਆ, 2005 ਦੇ ਵਿੱਚ ਇਹ ਲਾਗੂ ਹੋ ਚੁੱਕਿਆ ਹੈਗਾ। ਹਾਂਜੀ, ਇਹ ਸੀਗਾ ਕਿਓਟੋ ਪ੍ਰੋਟੋਕੋਲ। ਅੱਗੇ ਵਧਦੇ ਹਾਂ ਵੀ। ਸਰਟਨ ਗੈਸੇਜ ਲਾਈਕ ਕਾਰਬਨ ਡਾਈਆਕਸਾਈਡ, ਮੀਥੇਨ, ਹਾਈਡਰੋਫਲੋਰੋਕਾਰਬਨ ਐਕਸੈਕਟਰਾ ਆਰ ਰਿਸਪੋਂਸੀਬਲ ਫਾਰ ਦਾ ਗਲੋਬਲ ਵਾਰਮਿੰਗ। ਹਾਂਜੀ, ਕੁਝ ਗੈਸਾਂ ਨੇਗੀਆਂ ਵੀ ਜਿਹੜੀਆਂ ਗਲੋਬਲ ਵਾਰਮਿੰਗ ਵਾਸਤੇ ਰਿਸਪੋਂਸੀਬਲ ਨੇ। ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਗਾ, ਜਿਵੇਂ ਦੇਖੋ ਜਿਹੜੀ ਆਪਣੀ ਸਭ ਤੋਂ ਛੋਟੀ ਲੇਅਰ ਹੈ, ਹੇਠਲੀ ਲੇਅਰ ਹੈ ਟ੍ਰੋਪੋਸਫੇਅਰ, ਜਿਹਦੇ ਵਿੱਚ ਆਪਾਂ ਰਹਿੰਦੇ ਹਾਂ, ਉਹਦੇ ਵਿੱਚ ਨਾ ਇੱਕ ਗ੍ਰੀਨ ਹਾਊਸ ਗੈਸਾਂ ਦੀ ਲੇਅਰ ਹੈ। ਜਿਹੜਾ ਸੂਰਜ ਤੋਂ ਆਪਣੇ 'ਤੇ ਪ੍ਰਕਾਸ਼ ਆਉਂਦਾ ਗਾ, ਉਹਦੇ ਵਿੱਚ ਇੱਕ ਇਨਫਰਾਰੈੱਡ ਕਿਰਨਾਂ ਹੁੰਦੀਆਂ ਨੇ, ਇੱਕ ਵਿਜ਼ੀਬਲ ਰੇਜ ਹੁੰਦੀ, ਇਹਨਾਂ ਦੇ ਰੰਗ ਹੁੰਦੇ ਆ, ਇੱਕ ਅਲਟਰਾਵਾਇਲਟ ਕਿਰਨਾਂ ਹੁੰਦੀਆਂ ਨੇ। ਅਲਟਰਾਵਾਇਲਟ ਕਿਰਨਾਂ ਤੁਹਾਨੂੰ ਧਰਤੀ 'ਤੇ ਆਉਂਦੀਆਂ ਨਹੀਂ, ਕੌਣ ਨਹੀਂ ਆਉਣ ਦਿੰਦਾ ਉਹਨਾਂ ਨੂੰ, ਉਹਨੂੰ ਓਜ਼ੋਨ ਲੇਅਰ ਨਹੀਂ ਆਉਣ ਦਿੰਦੀ। ਤਾਂ ਆਪਣੀ ਇੱਕ ਤਾਂ ਇਨਫਰਾਰੈੱਡ ਕਿਰਨਾਂ ਹੁੰਦੀਆਂ ਨੇ, ਇੱਕ ਵਿਜ਼ੀਬਲ ਰੇਜ ਆਉਂਦੀਆਂ ਨੇ। ਤਾਂ ਇਨਫਰਾਰੈੱਡ ਕਿਰਨਾਂ ਦੀ ਕੀ ਹੁੰਦੀ ਹੈਗੀ, ਜਿਹੜੀ ਵੇਵਲੈਂਥ ਆ ਉਹ ਜ਼ਿਆਦਾ ਹੁੰਦੀ ਹੈ। ਜਿਵੇਂ ਜਿਵੇਂ ਇਹ ਆਉਂਦੀਆਂ ਨੇ ਉਵੇਂ ਉਵੇਂ ਵੇਵਲੈਂਥ ਘੱਟਦੀ ਜਾਂਦੀ ਹੈ, ਤਾਂ ਵਿਜ਼ੀਬਲ ਰੇਜ ਦੀ ਵੇਵਲੈਂਥ ਤੋਂ ਘੱਟ ਹੁੰਦੀ ਹੈ। ਤਾਂ ਜਦੋਂ ਇਹ ਧਰਤੀ 'ਤੇ ਆਉਂਦੀਆਂ ਨੇ, ਧਰਤੀ 'ਤੇ ਟਕਰਾ ਕੇ ਠੰਡੇ ਸਰਫੇਸ ਨਾਲ ਟਕਰਾ ਕੇ ਇਹਨਾਂ ਦੀ ਤਰੰਗ ਲੰਬਾਈ ਛੋਟੀ ਹੋ ਜਾਂਦੀ ਹੈ। ਉਹ ਛੋਟੀ ਤਰੰਗ ਲੰਬਾਈ ਤੋਂ ਇਹ ਗ੍ਰੀਨ ਹਾਊਸ ਗੈਸਾਂ ਦੀ ਲੇਅਰ ਦੇ ਵਿੱਚੋਂ ਲੰਘਿਆ ਨਹੀਂ ਜਾਂਦਾ, ਤਾਂ ਇਹ ਵਿੱਚ ਟਰੈਪ ਹੋ ਜਾਂਦੀਆਂ ਨੇ। ਤਾਂ ਜਿੰਨੀਆਂ ਜ਼ਿਆਦਾ ਗੈਸਾਂ ਹੋਣਗੀਆਂ, ਗ੍ਰੀਨ ਹਾਊਸ ਗੈਸਾਂ ਹੋਣਗੀਆਂ, ਇਹ 'ਚ ਵਾਟਰ ਵੇਪਰ ਵੀ ਹੁੰਦੇ ਆ, ਜਿੰਨੀਆਂ ਜ਼ਿਆਦਾ ਇਹ ਗੈਸਾਂ ਹੋਣਗੀਆਂ ਇਹਨਾਂ ਦੀ ਲੇਅਰ ਹੋ ਗਈ ਮੋਟੀ, ਇਹ ਮੋਟੀ ਲੇਅਰ ਦੇ ਵਿੱਚੋਂ ਵਾਪਸ ਨਹੀਂ ਨਿਕਲ ਸਕਦੀਆਂ, ਜਿਹਦੇ ਕਰਕੇ ਆਪਣੀ ਧਰਤੀ ਦੇ ਵਿੱਚ ਕੀ ਹੈਗਾ ਉਹ ਟਰੈਪ ਹੋ ਜਾਂਦਾ ਗਾ। ਪ੍ਰਕਾਸ਼ ਕੀ ਹੋ ਜਾਂਦਾ, ਟਰੈਪ ਹੋ ਜਾਂਦਾ, ਵਿੱਚ ਫਸ ਜਾਂਦਾ ਗਾ। ਅਤੇ ਇਹਦੇ ਨਾਲ ਕੀ ਉਹ ਨਿੱਤ ਇਕੱਠੀਆਂ ਹੋ ਜਾਣੀਆਂ, ਇਕੱਠੀਆਂ ਹੋ ਜਾਣੀਆਂ, ਇਕੱਠੀਆਂ ਹੋ ਜਾਣੀਆਂ, ਜਿਹਦੇ ਨਾਲ ਕੀ ਆਪਣਾ ਗਲੋਬਲ ਟੈਂਪਰੇਚਰ ਵੱਧ ਜੂਗਾ, ਧਰਤੀ ਅੰਦਰੋਂ ਵੱਧ ਜੂ। ਐਂ ਸਮਝ ਲਓ ਵੀ ਜਿਵੇਂ ਧੁੱਪ ਦੇ ਵਿੱਚ ਕੋਈ ਗੱਡੀ ਖੜੀ ਕੀਤੀ ਹੋਈ ਆ, ਉਹ ਜਿਹੜੀ ਸ਼ੀਸ਼ੇ ਨੇਗੇ ਉਹਦੇ ਟਰਾਂਸਪੇਰੈਂਟ ਸ਼ੀਸ਼ੇ ਨੇ, ਉਹ ਇੱਕ ਤਰ੍ਹਾਂ ਦੀ ਲੇਅਰ ਹੈ ਗ੍ਰੀਨ ਹਾਊਸ ਗੈਸਾਂ ਦੀ। ਉਹਦੇ ਵਿੱਚ ਦੀ ਸਾਰੀਆਂ ਤਰੰਗ ਲੰਬਾਈਆਂ ਐਂਟਰੀ ਤਾਂ ਮਾਰ ਜਾਂਦੀਆਂ, ਪਰ ਬਾਅਦ 'ਚ ਉਹਨਾਂ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ, ਕਿਉਂਕਿ ਉਹਨਾਂ ਦੀ ਤਰੰਗ ਲੰਬਾਈ ਛੋਟੀ ਹੋ ਜਾਂਦੀ ਹੈ। ਇਸ ਕਰਕੇ ਅੰਦਰ ਕੀ ਹੋ ਜਾਂਦਾ ਹੈਗਾ, ਗਰਮੀ ਵੱਧ ਜਾਂਦੀ ਹੈਗੀ। ਉਵੇਂ ਆਪਣੀ ਧਰਤੀ ਦੇ ਵਿੱਚ ਹੋ ਰਿਹਾ, ਗ੍ਰੀਨ ਹਾਊਸ ਗੈਸਾਂ ਦੀ ਇੱਕ ਲੇਅਰ ਹੈ, ਉਹਦੇ ਵਿੱਚੋਂ ਸਾਰੀਆਂ ਤਰੰਗ ਲੰਬਾਈਆਂ ਐਂਟਰੀ ਤਾਂ ਮਾਰ ਜਾਂਦੀਆਂ, ਪਰ ਛੋਟੀਆਂ ਤਰੰਗ ਲੰਬਾਈਆਂ 'ਚ ਬਦਲ ਕੇ ਉਹ ਵਾਪਸ ਨਹੀਂ ਨਿਕਲ ਸਕਦੀਆਂ, ਜਿਹਦੇ ਕਰਕੇ ਗਲੋਬਲ ਟੈਂਪਰੇਚਰ ਆਪਣਾ ਵੱਧ ਰਿਹਾ ਹੈਗਾ, ਜਿਹਦੇ ਨਾਲ ਆਪਣੇ ਜਿਹੜੇ ਆਈਸ ਕੈਪ ਉਹ ਪਿਘਲ ਜਾਣਗੇ, ਉਹਨੂੰ ਆਪਾਂ ਗਲੋਬਲ ਵਾਰਮਿੰਗ ਕਹਿੰਦੇ ਹੈਗੇ। ਸਮਝ ਗਏ ਵੀ, ਇਹ ਹੈਗਾ। ਹਾਂਜੀ, ਅੱਗੇ ਵਧਦੇ ਹਾਂ ਵੀ। ਵੈਸੇ ਜਿਹੜੇ ਇਹ ਗ੍ਰੀਨ ਹਾਊਸ ਗੈਸਾਂ 'ਚ ਟਰੈਪ ਹੋ ਜਾਂਦੀਆਂ ਨੇ, ਉਹਦੇ ਵਿੱਚ ਸਭ ਤੋਂ ਵੱਧ ਇਨਫਰਾਰੈੱਡ ਕਿਰਨਾਂ ਹੀ ਟਰੈਪ ਹੁੰਦੀਆਂ ਨੇ, ਜਿਹਦੇ ਕਰਕੇ ਗਲੋਬਲ ਵਾਰਮਿੰਗ ਹੁੰਦੀ ਹੈ, ਗ੍ਰੀਨ ਹਾਊਸ ਇਫੈਕਟ ਹੁੰਦਾ। ਹਾਂਜੀ, ਲਾਸਟ ਟੋਪਿਕ ਹੈ ਵੀ ਆਪਣਾ ਅੱਜ ਦੀ ਵੀਡੀਓ ਦਾ, ਇੰਡੀਆ ਸਟੈਂਡਸ ਔਨ ਦਾ ਇਨਵਾਇਰਮੈਂਟਲ ਇਸ਼ੂਜ਼। ਇੰਡੀਆ ਦਾ ਕੀ ਸਟੈਂਡ ਹੈ ਇਨਵਾਇਰਮੈਂਟਲ ਇਸ਼ੂ 'ਤੇ। ਪਹਿਲਾ ਵੀ ਇੰਡੀਆ ਨੇ ਕਿਓਟੋ ਪ੍ਰੋਟੋਕਾਲ ਨੂੰ ਸਾਈਨ ਕਰ ਲਿਆ ਵੀ ਅਗਸਤ 2002 ਦੇ ਵਿੱਚ, 97 'ਚ ਜਿਹੜਾ ਆਪਾਂ ਪੜ੍ਹ ਕੇ ਆਏ ਹਾਂ। ਬਿਲਕੁਲ, ਤਾਂ ਇੰਡੀਆ ਕੰਸਰਨਡ ਹੈਗਾ ਵੀ, ਇੰਡੀਆ ਨੂੰ ਚਿੰਤਾ ਇਹਨਾਂ ਇਨਵਾਇਰਮੈਂਟ ਵੀ ਡੀਗਰੇਡ ਹੋ ਰਿਹਾ ਹੈਗਾ। ਅੱਗੇ ਬੋਥ ਇੰਡੀਆ ਐਂਡ ਚਾਈਨਾ ਅਲੋਂਗ ਵਿਦ ਅਦਰ ਡਿਵੈਲਪਿੰਗ ਕੰਟਰੀਜ਼ ਆਰ ਦਾ ਮੇਜਰ ਕੰਟਰੀਬਿਊਟਰ ਟੂ ਦਾ ਗ੍ਰੀਨ ਹਾਊਸ ਗੈਸ ਐਮਿਸ਼ਨਜ਼। ਤਾਂ ਇੰਡੀਆ ਅਤੇ ਚਾਈਨਾ ਦੋਨੋਂ ਹੀ ਡਿਵੈਲਪਿੰਗ ਕੰਟਰੀ ਨੇ, ਬਟ ਦੋਨਾਂ ਦਾ ਹੀ ਮੇਜਰ ਕੰਟਰੀਬਿਊਟ ਹੈ ਵੀ ਗ੍ਰੀਨ ਹਾਊਸ ਗੈਸਾਂ ਨੂੰ ਅਮਿਟ ਕਰਨ ਦੇ ਵਿੱਚ। ਅੱਗੇ ਇੰਡੀਆ ਐਂਡ ਚਾਈਨਾ ਐਂਡ ਅਦਰ ਡਿਵੈਲਪਿੰਗ ਕੰਟਰੀਜ਼ ਵਰ ਐਗਜ਼ੈਂਪਟ ਫਰੋਮ ਰਿਕੁਆਇਰਮੈਂਟ ਆਫ ਦਾ ਕਿਓਟੋ ਪ੍ਰੋਟੋਕਾਲ ਬਿਕੋਜ਼ ਦੇਅਰ ਕੰਟਰੀਬਿਊਸ਼ਨ ਟੂ ਦਾ ਐਮਿਸ਼ਨ ਡਿਊਰਿੰਗ ਦਾ ਇੰਡਸਟਰੀਲਾਈਜੇਸ਼ਨ ਪੀਰੀਅਡ ਵਾਜ ਨਾਟ ਸਿਗਨੀਫਿਕੈਂਟ। ਹਾਂਜੀ, ਦੇਖੋ ਵੀ ਇੰਡੀਆ ਅਤੇ ਚਾਈਨਾ ਐਂ ਕਹਿੰਦੇ ਹੈਗੇ ਦੂਜੇ ਡਿਵੈਲਪਿੰਗ ਕੰਟਰੀ ਵਾਂਗ ਕਿ ਸਾਨੂੰ ਨਾ ਜਿਹੜੇ ਕਿਓਟੋ ਪ੍ਰੋਟੋਕਾਲ ਦੇ ਰਿਕੁਆਇਰਮੈਂਟ ਨੇ, ਦੇਖੋ ਕਿਓਟੋ ਪ੍ਰੋਟੋਕਾਲ ਤਾਂ ਕੀ ਕਰ ਰਿਹਾ ਹੈਗਾ, ਗ੍ਰੀਨ ਹਾਊਸ ਗੈਸ ਐਮਿਸ਼ਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਤਾਂ ਗ੍ਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਵਾਸਤੇ ਕੁਝ ਨਵੀਂ ਟੈਕਨੋਲੋਜੀ ਖਰੀਦਣੀ ਪਊਗੀ, ਜਾਂ ਕੁਝ ਇੱਦਾਂ ਦਾ ਕਰਨਾ ਪਊਗਾ ਗ੍ਰੀਨ ਆਪਣੇ ਐਮਿਸ਼ਨ ਘੱਟ ਹੋਣ। ਤਾਂ ਜਿਹੜੀ ਉਹਦੇ ਵਾਸਤੇ ਰਿਕੁਆਇਰਮੈਂਟ ਹੈਗੀ, ਤਾਂ ਉਹਦੇ 'ਚ ਛੂਟ ਭਾਲਦਾ ਹੈਗਾ ਇੰਡੀਆ ਅਤੇ ਚਾਈਨਾ, ਵੀ ਸਾਨੂੰ ਹੋਰ ਡਿਵੈਲਪਿੰਗ ਕੰਟਰੀ ਨੂੰ ਵੀ ਅਤੇ ਸਾਨੂੰ ਵੀ ਛੂਟ ਚਾਹੀਦੀ ਹੈ, ਅਸੀਂ ਉਹਨੂੰ ਪੂਰਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਗਰੀਬ ਦੇਸ਼ ਹੈਗੇ, ਹਾਲੇ ਸਾਡੇ ਕੋਲ ਇੰਨੀ ਟੈਕਨੋਲੋਜੀ ਹੈ ਨਹੀਂ, ਇੰਨਾ ਪੈਸਾ ਹੈ ਨਹੀਂ ਕਿ ਅਸੀਂ ਉਹਨੂੰ ਸਾਰੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰ ਸਕੀਏ। ਇਹ ਚੀਜ਼ ਕਹਿ ਰਹੇ ਹੈਗੇ। ਇਹ ਕਹਿੰਦੇ ਇਹ ਤੁਹਾਨੂੰ ਤਾਂ ਚਾਹੀਦੀ ਹੈ ਛੂਟ ਕਿਉਂਕਿ ਇਹ 'ਚ ਮੇਜਰ ਕੰਟਰੀਬਿਊਟ ਕਿਹਨਾਂ ਦਾ ਰਿਹਾ ਹੈਗਾ, ਡਿਵੈਲਪਡ ਕੰਟਰੀਆਂ ਦਾ ਰਿਹਾ ਹੈਗਾ। ਅਤੇ ਇਹ ਜਿਹੜਾ ਕਿ ਜਦੋਂ ਇਹ ਤਰੱਕੀ ਕਰ ਰਹੇ ਸੀਗੇ, ਇੰਡਸਟਰੀ ਲੱਗ ਰਹੀ ਸੀ, ਉਦੋਂ ਹੋਇਆ ਜ਼ਿਆਦਾ, ਅਤੇ ਅਸੀਂ ਉਦੋਂ ਤਰੱਕੀ ਨਹੀਂ ਕਰ ਰਹੇ ਸੀਗੇ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਹੱਕ ਬਣਦਾ, ਸਾਡਾ ਘੱਟ ਬਣਦਾ, ਐਂ ਕਹਿ ਰਿਹਾ। ਅੱਗੇ ਵੀ ਦ ਇੰਡੀਅਨ ਗੌਰਮੈਂਟ ਇਜ਼ ਆਲਸੋ ਕੀਨ ਟੂ ਲਾਂਚ ਏ ਨੈਸ਼ਨਲ ਮਿਸ਼ਨ ਔਨ ਦਾ ਬਾਇਓਡੀਜ਼ਲ ਵਿਚ ਮੇਕਸ ਇੰਡੀਆ ਟੂ ਹੈਵ ਵਨ ਆਫ ਦਾ ਲਾਰਜੈਸਟ ਰਿਨਿਊਏਬਲ ਐਨਰਜੀ ਪ੍ਰੋਗਰਾਮ ਇਨ ਦਾ ਵਰਲਡ। ਹਾਂਜੀ, ਇੰਡੀਆ ਕੀ ਕਰ ਰਿਹਾ ਹੈਗਾ, ਇੰਡੀਆ ਇਹੋ ਜਿਹੇ ਪ੍ਰੋਗਰਾਮ ਲਾਂਚ ਕਰ ਰਿਹਾ ਹੈਗਾ ਜਿਹਦੇ ਨਾਲ ਆਪਣਾ ਇਨਵਾਇਰਮੈਂਟ ਪੋਲਿਊਸ਼ਨ ਆ ਉਹ ਘੱਟ ਹੋ ਸਕੇ। ਇੰਡੀਆ ਨੇ ਬਾਇਓਡੀਜ਼ਲ ਇੱਕ ਮਿਸ਼ਨ ਲਾਂਚ ਕਰਿਆ ਸੀਗਾ, ਅਤੇ ਇੰਡੀਆ ਚਾਹੁੰਦਾ ਹੈਗਾ, ਇੰਡੀਆ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮ ਚਲਾ ਰਿਹਾ ਜਿਹਦੇ ਨਾਲ ਕੀ ਹੋਵੇ, ਜਿਹੜੇ ਆਪਣੇ ਰੀਨਿਊਏਬਲ ਐਨਰਜੀ ਨੂੰ ਆਪਾਂ ਜ਼ਿਆਦਾ ਯੂਜ਼ ਕਰ ਸਕੀਏ। ਜਿਵੇਂ ਕਿ ਇੰਡੀਆ ਨੇ
ਬੱਚੇ ਤੁਹਾਡੇ ਇਹਦੇ 'ਚ ਤਾਂ ਹੈ ਨਹੀਂ ਗਾ, ਉਹ ਮੈਂ ਵੈਸੇ ਦੱਸ ਰਿਹਾ ਗਾ। 2015 ਦੇ ਵਿੱਚ ਨਾ ਪੈਰਿਸ ਐਗਰੀਮੈਂਟ ਸਾਈਨ ਹੋਇਆ ਸੀਗਾ। ਉਹ ਪੈਰਿਸ ਐਗਰੀਮੈਂਟ ਦੇ ਵਿੱਚ ਬੋਲਿਆ ਗਿਆ ਸੀਗਾ ਵੀ ਆਪਾਂ 2030 ਤੱਕ 1.5 ਡਿਗਰੀ ਸੈਲਸੀਅਸ ਤੋਂ ਗਲੋਬਲ ਟੈਂਪਰੇਚਰ ਵਧਣ ਨਹੀਂ ਦੇਣਾ। ਤਾਂ ਉੱਥੇ ਇੰਡੀਆ ਅਤੇ ਫਰਾਂਸ ਨੇ ਲਾਂਚ ਕੀਤਾ ਸੀ ISA, ਇੰਟਰਨੈਸ਼ਨਲ ਸੋਲਰ ਅਲਾਇੰਸ। ਉਹਦਾ ਹੈੱਡਕੁਆਟਰ ਵੀ ਆਪਣੇ ਕਿੱਥੇ ਹੈ, ਗੁਰੂਗ੍ਰਾਮ 'ਚ ਹੈਗਾ, ਹਰਿਆਣੇ 'ਚ। ਤਾਂ ਉਹਦੇ 'ਚ ਇਹ ਬੋਲਿਆ ਗਿਆ ਹੈ ਕਿ ਜਿਹੜੇ 23.5 ਡਿਗਰੀ ਨੌਰਥ ਅਤੇ 3.5 ਸਾਊਥ ਦੇ ਵਿਚਕਾਰ ਜਿੰਨੇ ਦੇਸ਼ ਆ ਜਾਂਦੇ ਆ, ਵੀ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਾਲੇ ਜਿੰਨੇ ਦੇਸ਼ ਆ ਜਾਂਦੇ ਆ, ਆਪਾਂ ਕਹਿ ਸਕਦੇ ਹਾਂ ਟਰੋਪਿਕ ਆਫ ਕੈਂਸਰ ਅਤੇ ਟਰੋਪਿਕ ਆਫ ਕੈਪਰੀਕੋਨ ਦੇ ਵਿਚਕਾਰ ਜਿੰਨੇ ਦੇਸ਼ ਹਨ, ਉਹ 'ਚ ਸੂਰਜੀ ਰੌਸ਼ਨੀ ਬਹੁਤ ਜ਼ਿਆਦਾ ਆਉਂਦੀ ਹੈ, ਅਤੇ ਇਹ ਸਾਰੇ ਦੇਸ਼ ਸੂਰਜੀ ਰੌਸ਼ਨੀ ਤੋਂ ਬਿਜਲੀ ਪੈਦਾ ਕਰ ਸਕਦੇ ਹੈਗੇ, ਅਤੇ ਇਹਦੇ ਨਾਲ ਆਪਣਾ ਕੀ ਹੈਗਾ, ਕੋਈ ਵੀ ਪੋਲੂਸ਼ਨ ਨਹੀਂ ਹੋਊਗਾ। ਉਹ ਬਹੁਤ ਵਧੀਆ ਇਹੋ ਜਿਹੇ ਪ੍ਰੋਗਰਾਮ ਲਾਂਚ ਕਰ ਰਿਹਾ ਇੰਡੀਆ। ਹਾਂਜੀ, ਇਸ ਤੋਂ ਇਲਾਵਾ Indian government is also participated in global effort through a number of programs like ਨੈਸ਼ਨਲ ਆਟੋ ਫਿਊਲ ਪਾਲਿਸੀ, ਇਲੈਕਟ੍ਰੀਸਿਟੀ ਐਕਟ 2003, ਐਨਰਜੀ ਕੰਜ਼ਰਵੇਸ਼ਨ ਐਕਟ 2001। ਤਾਂ ਦੇਖੋ ਇੰਡੀਆ ਪਾਰਟੀਸਪੇਟ ਕਰ ਰਿਹਾ ਵੀ ਗਲੋਬਲ ਵਾਰਮਿੰਗ ਨੂੰ ਆਪਾਂ ਘੱਟ ਸਕੀਏ, ਅਤੇ ਉਹਦੇ ਵਾਸਤੇ ਕਈ ਐਫਰਟ ਕਰ ਰਿਹਾ, ਜਿਵੇਂ ਕਿ ਇਹਨੇ ਨੈਸ਼ਨਲ ਆਟੋ ਫਿਊਲ ਪਾਲਿਸੀ ਵੀ ਲੈ ਕੇ ਆਂਦੀ, ਇਲੈਕਟ੍ਰੀਸਿਟੀ ਐਕਟ ਵੀ ਲਿਆਂਦਾ 2003 ਦੇ ਵਿੱਚ, ਐਨਰਜੀ ਕੰਜ਼ਰਵੇਸ਼ਨ ਐਕਟ ਵੀ ਲਿਆਂਦਾ 2001 ਦੇ ਵਿੱਚ। ਹਾਂਜੀ, ਅੱਗੇ ਰੀਸੈਂਟ ਟਰੈਂਡਸ ਇਨ ਇੰਪੋਰਟਿੰਗ ਨੈਚੁਰਲ ਗੈਸ ਐਂਡ ਇਨਕਰੇਜਿੰਗ ਦਾ ਅਡੋਪਸ਼ਨ ਆਫ ਦਾ ਕਲੀਨ ਕੋਲ ਟੈਕਨੋਲੋਜੀ ਸ਼ੋਜ਼ ਦੈਟ ਇੰਡੀਆ ਹੈਜ਼ ਬੀਨ ਮੇਕਿੰਗ ਰੀਅਲ ਐਫਰਟ। ਥੋੜ੍ਹਾ ਸਮਾਂ ਪਹਿਲਾਂ ਇੰਡੀਆ ਨੈਚੁਰਲ ਗੈਸ ਨੂੰ ਇੰਪੋਰਟ ਕਰ ਲਿਆ ਵੱਡੀ ਪੱਧਰ 'ਤੇ, ਤਾਂ ਕਿ ਕਲੀਨ ਕੋਲ ਟੈਕਨੋਲੋਜੀ ਨੂੰ ਆਪਾਂ ਕੀ ਕਰ ਸਕੀਏ, ਅਡੋਪਟ ਕਰ ਸਕੀਏ। ਅਤੇ ਇੱਥੋਂ ਇਹ ਪਤਾ ਲੱਗਦਾ ਗਾ ਕਿ ਇੰਡੀਆ ਕੀ ਹੈ, ਰੀਅਲ ਦੇ ਵਿੱਚ ਐਫਰਟ ਕਰ ਰਿਹਾ ਇਨਵਾਇਰਮੈਂਟ ਨੂੰ ਠੀਕ ਕਰਨ ਵਾਸਤੇ। ਹਾਂਜੀ, ਇੰਡੀਆ ਇਜ਼ ਆਲਸੋ ਆਫ ਦਾ ਵਿਊ ਦੈਟ ਦਾ ਸਾਰਕ ਕੰਟਰੀ ਸ਼ੁੱਡ ਅਡੋਪਟ ਏ ਕਾਮਨ ਪੋਜੀਸ਼ਨ ਔਨ ਦਾ ਮੇਜਰ ਗਲੋਬਲ ਇਨਵਾਇਰਮੈਂਟ ਇਸ਼ੂ। ਇੰਡੀਆ ਇਹ ਵੀ ਚਾਹੁੰਦਾ ਗਾ ਕਿ ਜਿਹੜੇ ਸਾਰਕ ਦੇ ਦੇਸ਼ ਆ ਸਾਰੇ, ਉਹ ਸਾਰੇ ਇਕੱਠੇ ਹੋ ਕੇ ਇੱਕ ਕਾਮਨ ਮੇਜਰ ਗਲੋਬਲ ਇਨਵਾਇਰਮੈਂਟ ਇਸ਼ੂ 'ਤੇ ਗੱਲ ਕਰਨ, ਤਾਂ ਕਿ ਆਪਣੀ ਗੱਲ ਦਾ ਕੋਈ ਨਾ ਕੋਈ ਅਸਰ ਵੀ ਹੋਵੇ। ਸਾਰਕ ਦੇ ਵਿੱਚ ਕਿਹੜੇ ਕਿਹੜੇ ਦੇਸ਼ ਆ ਜਾਂਦੇ ਆ, ਜਿਵੇਂ ਕਿ ਸਾਰਕ ਦੀ ਫੁੱਲ ਫਾਰਮ ਹੈ ਸਾਊਥ ਏਸ਼ੀਆ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ। ਇਹਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਇੰਡੀਆ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ, ਇਹ ਦੇਸ਼ ਆ ਜਾਂਦੇ ਆ, ਸਾਊਥ ਏਸ਼ੀਆ ਦੇ ਸਾਰੇ ਦੇਸ਼ ਆ ਜਾਂਦੇ ਆ। ਇੰਡੀਆ ਇਹ ਚਾਹੁੰਦਾ ਵੀ ਸਾਊਥ ਏਸ਼ੀਆ ਦੇ ਸਾਰੇ ਦੇਸ਼ ਇਕੱਠੇ ਹੋ ਕੇ ਇੱਕ ਵਿਚਾਰਧਾਰਾ ਬਣਾਉਣ ਇਨਵਾਇਰਮੈਂਟ ਕੰਸਰਨ ਦੇ ਉੱਤੇ, ਇਨਵਾਇਰਮੈਂਟ ਇਸ਼ੂ ਦੇ ਉੱਤੇ, ਤਾਂ ਕਿ ਆਪਣੀ ਗੱਲ ਦਾ ਦੁਨੀਆ 'ਤੇ ਕੋਈ ਨਾ ਕੋਈ ਪ੍ਰਭਾਵ ਵੀ ਪਵੇ। ਠੀਕ ਹੈ ਜੀ, ਤਾਂ ਇਹਦੇ ਨਾਲ ਹੀ ਆਪਣਾ ਜਿਹੜੀ ਇਹ ਵੀਡੀਓ ਖਤਮ ਹੁੰਦੀ ਹੈਗੀ, ਅਤੇ ਆਪਾਂ ਇੰਡੀਆ ਸਟੈਂਡ ਇਨਵਾਇਰਮੈਂਟ ਇਸ਼ੂ ਤੱਕ ਆਪਾਂ ਕਰ ਲਿਆ ਗਾ। ਬਾਕੀ ਜਿਹੜਾ ਚੈਪਟਰ ਆਪਣਾ ਰਹਿ ਗਿਆ, ਜਿਵੇਂ ਕਿ ਵਾਟਰ ਵਾਲਾ, ਆਇਲ ਵਾਲਾ, ਇਸ ਤੋਂ ਇਲਾਵਾ ਇੰਡੀਜਨਸ ਪੀਪਲ ਵਾਲਾ, ਉਹ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਇਸ ਚੈਪਟਰ 'ਤੇ, ਉਹਦੇ ਵਿੱਚ ਕੰਪਲੀਟ ਕਰਾਂਗੇ। ਇਸ ਚੈਪਟਰ ਦੇ ਵਿੱਚ ਮੈਂ ਜਿੰਨੀਆਂ ਗੱਲਾਂ ਇਹਦੇ 'ਚ ਸੀਗੀਆਂ, ਇਹ ਤੋਂ ਇਲਾਵਾ ਵੀ ਕੁਛ ਸਮਝਾਉਣ ਦੀ ਜਿਵੇਂ ਮੋਨੀਟਰ ਪ੍ਰੋਟੋਕੋਲ ਮੈਂ ਤੁਹਾਨੂੰ ਸਿਰੇ ਤੋਂ ਸਮਝਾਤਾ, ਇੱਕ ਮੈਂ ਕਿਓਟੋ ਪ੍ਰੋਟੋਕੋਲ ਵੀ ਸਿਰੇ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਜਿਹੜੀਆਂ ਗੱਲਾਂ ਬੱਚਿਓ ਮੈਂ ਤੁਹਾਨੂੰ ਇਹ ਤੋਂ ਲੈਦੀਆਂ ਦੱਸ ਦਾਂਗਾ, ਇਹ ਤੋਂ ਇਲਾਵਾ ਦੱਸ ਦਾਂਗਾ, ਉਹਨਾਂ 'ਤੇ ਵੀ ਧਿਆਨ ਦਿਆ ਕਰੋ, ਉਹ ਵੀ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣਗੀਆਂ। ਹਾਂਜੀ, ਅਤੇ ਸਾਰੇ ਬੱਚੇ ਵੀਡੀਓ ਨੂੰ ਪੂਰਾ ਦੇਖਿਆ ਕਰੋ, ਅਤੇ ਕਮੈਂਟ ਵੀ ਕਰਿਆ ਕਰੋ, ਲਾਈਕ ਵੀ ਕਰਿਆ ਕਰੋ। ਜੇ ਕੋਈ ਵੀਡੀਓ 'ਚ ਕਮੀ ਹੁੰਦੀ ਹੈ ਤਾਂ ਉਹ ਕਮੈਂਟ 'ਚ ਜ਼ਰੂਰ ਦੱਸਿਆ ਕਰੋ। ਹਾਂਜੀ, ਓਕੇ ਜੀ, ਥੈਂਕ ਯੂ ਵੈਰੀ ਮੱਚ।